ਜੀ ਵਿਊਅਰਸ ਅਸਲਾਮ ਵਾਲੇਕੁਮ ਔਰ ਸਤਿ ਸ੍ਰੀ ਅਕਾਲ। ਤੁਸੀਂ ਜਿੱਥੇ ਵੀ ਮੌਜੂਦ ਹੋ, ਅੱਜ ਮੈਂ ਤੁਹਾਨੂੰ ਦੱਸਦਾ ਜਾਂ ਕਿ ਅੱਜ ਮੇਰਾ ਪਹਿਲਾ ਪੰਜਾਬੀ ਔਰ ਇੰਗਲਿਸ਼ ਮਿਕਸ ਇੰਟਰਵਿਊ ਹੋਏਗਾ। ਉਹਦੀ ਵਜ੍ਹਾ ਇਹ ਵੇ ਕਿ ਅੱਜ ਮੇਰੇ ਜਿਹੜੇ ਗੈਸਟ ਨੇ ਮੇਰੇ ਲਈ ਕਾਬਲੇ ਇਹਤਰਾਮ ਨੇ, ਕੈਨੇਡਾ ਤੋਂ ਮੇਰੇ ਨਾਲ ਸ਼ਾਮਲ ਹੋਏ ਨੇ ਇਸ ਗੁਫ਼ਤਗੂ ਵਿੱਚ। ਮੈਂ ਇਹਨਾਂ ਦਾ ਛੋਟਾ ਜਿਹਾ ਤੁਹਾਨੂੰ ਤਾਰਫ ਕਰਵਾਉਂਦਾ ਜਾਂ। ਇਹਨਾਂ ਦਾ ਨਾਂ ਸੁਖਮਿੰਦਰ ਸਿੰਘ ਹੰਸਰਾ, ਸੀਨੀਅਰ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਤੋਂ, ਔਰ ਨਾਲ ਇਹ ਵੇ ਕਿ ਖਾਲਿਸਤਾਨ ਮੂਵਮੈਂਟ ਦੇ ਇੱਕ ਬਹੁਤ ਵੱਡੇ ਐਕਟਿਵਿਸਟ ਨੇ। ਅਮੂਮਨ ਤੁਹਾਨੂੰ ਇੰਡੀਅਨ ਮੀਡੀਆ ਤੇ ਇੰਡੀਅਨ ਅਖਬਾਰਾਂ ਤੇ ਇਹਨਾਂ ਦੇ ਬਾਰੇ ਚ ਲਿਖਿਆ ਹੋਇਆ ਬਹੁਤ ਕੁਝ ਮਿਲਦਾ ਹੋਏਗਾ, ਔਰ ਉਹਦੀ ਸਭ ਨਾਲੋਂ ਵੱਡੀ ਵਜ੍ਹਾ ਇਹ ਵੇ ਕਿ ਇਹ ਬਹੁਤ ਜ਼ਿਆਦਾ ਵੋਕਲ ਨੇ। ਇਹ ਹਰ ਵੇਲੇ ਬਹੁਤ ਜ਼ਿਆਦਾ ਬੋਲਦੇ ਨੇ ਇੰਡੀਆ ਵਿੱਚ ਜੋ ਕੁਝ ਹੋ ਰਿਹਾ ਸਿੱਖਾਂ ਦੇ ਨਾਲ, ਪੰਜਾਬ ਵਿੱਚ ਤੇ ਪੂਰੇ ਇੰਡੀਆ ਵਿੱਚ ਜਿੱਥੇ ਵੀ ਕੋਈ ਜ਼ੁਲਮ ਹੋ ਰਹੇ ਨੇ ਉਹਦੇ ਤੇ ਗੱਲ ਕਰਦੇ ਨੇ, ਕਸ਼ਮੀਰ ਉਤੇ ਵੀ ਇਹ ਗੱਲ ਕਰਦੇ ਨੇ। ਤਾਂ ਵਾਸਤੇ ਇਹ ਉਹਨਾਂ ਦੀਆਂ ਅੱਖਾਂ ਵਿੱਚ ਕਰਕਦੇ ਨੇ। ਤੇ ਸੁਖਮਿੰਦਰ ਸਾਹਿਬ, ਤੁਸੀਂ ਠੀਕ ਠਾਕ ਹੋ? ਚੜ੍ਹਦੀ ਕਲਾ ਜੀ, ਬਹੁਤ ਬਹੁਤ ਧੰਨਵਾਦ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮਚ। ਤੇ ਕੱਲ ਤੁਹਾਡਾ ਇੱਕ ਬਹੁਤ ਹੀ ਇੱਕ ਇੰਪੋਰਟੈਂਟ ਤੁਹਾਡੀ ਸਟੇਟਮੈਂਟ ਆਈ ਜਿਹਦੇ ਵਿੱਚ ਕਿ ਤੁਸੀਂ ਨੇ ਇੰਡੀਆ ਨੂੰ ਸਿੱਧਾ ਸਿੱਧਾ ਹੀ ਟੈਰਰਿਸਟ ਡਿਕਲੇਅਰ ਕਰਤਾ। ਉਹਦੀ ਵਜ੍ਹਾ ਇਹ ਵੇ ਕਿ ਅੱਜ ਕੱਲ ਜੋ ਇੰਡੀਅਨ ਪੰਜਾਬ ਵਿੱਚ ਹੋ ਰਿਹਾ ਹੈ ਸਿੱਖ ਪਰਿਵਾਰਾਂ ਦੇ ਨਾਲ ਔਰ ਯੰਗਸਟਰਸ ਦੇ ਨਾਲ, ਉਹਦੇ ਉੱਤੇ ਤੁਹਾਡੇ ਬਹੁਤ ਜ਼ਿਆਦਾ ਮਤਲਬ ਸਵਾਲਾਤ ਨੇ ਜਿਹੜੇ ਕਿ ਤੁਸੀਂ ਉਹਨਾਂ ਕੋਲੋਂ ਕਰਨਾ ਚਾਹੁੰਦੇ ਹੋ ਇੰਡੀਅਨਸ ਕੋਲੋਂ, ਔਰ ਨਾਲ ਇਹ ਤੁਸੀਂ ਆਪਣਾ ਗਿਲਾ ਵੀ ਉਹਨਾਂ ਦੇ ਨਾਲ ਕਰ ਰਹੇ ਹੋ। ਤੇ ਇੱਥੇ ਤੁਹਾਨੂੰ ਦਾਵਤ ਦਿੱਤੀ ਹੈ। ਹੁਣ ਤੁਸੀਂ ਮੈਨੂੰ ਥੋੜਾ ਜਿਹਾ ਦੱਸੋ ਵੀ ਕੱਲ ਜਿਹੜੀ ਤੁਹਾਡੀ ਇਹ ਸਟੇਟਮੈਂਟ ਸੀ ਉਹ ਕਿਹਦੇ ਬਾਰੇ ਵਿੱਚ ਸੀ ਔਰ ਉਹ ਸਟੇਟਮੈਂਟ ਹੈ ਕੀ ਸੀ? ਬੇਸਿਕਲੀ ਪਿਛਲੇ 72 ਇਅਰਸ ਤੋਂ ਜਦੋਂ ਇੰਡੀਆ ਦਾ ਪਾਰਟੀਸ਼ਨ ਹੋਇਆ, ਤੁਸੀਂ ਤਾਂ ਲੱਕੀ ਰਹਿ ਗਏ, ਪਾਕਿਸਤਾਨ ਆਪਣਾ ਬਣਾ ਕੇ ਪਾਸੇ ਤੇ ਬਹਿ ਗਏ। ਅਸੀਂ ਅਨਫੋਰਚੂਨਟਲੀ ਇਸ ਗੰਦੀ ਸੋਚ ਦੇ ਲੋਕਾਂ ਦੇ ਨਾਲ ਪਾਰਟਨਰਸ਼ਿਪ ਕਰ ਲਈ 1947 ਦੇ ਵਿੱਚ, ਤੇ ਸਿੰਸ ਦੈਨ ਵੀ ਆਰ ਸਫਰਿੰਗ a big time in their hands. ਸੋ ਅਸੀਂ ਬਹੁਤ ਪੋਲੀਟੀਕਲੀ, ਸੋਸ਼ਲੀ, ਕਮਰਸ਼ਲੀ ਅਤੇ ਰਿਲੀਜੀਅਸਲੀ ਸਾਡੀ ਪ੍ਰੋਸੀਕਿਊਸ਼ਨ ਆ ਜਿਹੜੀ ਉਹ ਹਰ ਐਸਪੈਕਟ ਤੋਂ ਹੋਈ ਹੈ। ਪਰ ਹੁਣ ਜਿਹੜਾ 1984 ਤੋਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਹੋਣ ਤੋਂ ਬਾਅਦ ਜੋ ਸੂਰਤ ਹਾਲਤ ਸਿੱਖਾਂ ਦੀ ਬਣੀ ਹੋਈ ਆ, ਉਹਦੇ ਵਿੱਚ ਸਭ ਤੋਂ ਵਰਸਟ ਪੀਰੀਅਡ ਆ ਜਿਹੜਾ ਉਹ ਮੋਦੀ ਰਜੀਮ ਦਾ ਆਇਆ। ਭਾਵੇਂ ਕਿ ਦੁਨੀਆ ਦੇ ਲੋਕ ਇਹ ਸਮਝਦੇ ਨੇ ਕਿ ਮੋਦੀ ਹਿਮਸੈਲਫ ਇਜ਼ ਅ ਟੈਰਰਿਸਟ, ਮੋਦੀ ਦਾ ਰਜੀਮ ਟੈਰਰਿਸਟ ਆ। ਇਹ ਹਿੰਦੂ ਸਾਰੇ ਹਿੰਦੂ ਤਵੀ ਸੋਚ ਲੈ ਕੇ ਜਿਹੜੇ ਚੱਲਦੇ ਨੇ ਉਹ ਟੈਰਰਿਸਟ ਨੇ। ਇਹਨਾਂ ਦੀਆਂ ਬਜਰੰਗ ਦਲ ਹੋਈਆਂ, RSS ਹੋਈਆਂ, ਇਹ ਸਾਰੀਆਂ ਜਿਹੜੀਆਂ ਤਨਜ਼ੀਮਾਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਟੈਰਰਿਸਟ ਨੇ। ਐਵਰੀਬਾਡੀ ਨੋਜ਼, ਨੋਬਡੀ ਨੀਡਸ ਟੂ ਬੀ ਟੋਲਡ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ, ਸਾਰਿਆਂ ਨੂੰ ਪਤਾ। ਪਰ ਹੁਣ ਪਿਛਲੇ ਦਿਨੀ ਇਹਨਾਂ ਨੇ ਕੀ ਕੀਤਾ, 9 ਸਿੱਖਾਂ ਨੂੰ ਬਿਕਾਜ਼ ਉਹ ਖਾਲਿਸਤਾਨੀ ਐਕਟਿਵਿਸਟ ਨੇ, ਬਿਕਾਜ਼ ਉਹ ਸਿੱਖਾਂ ਦੇ ਰਾਈਟਸ ਦੀ ਗੱਲ ਕਰਦੇ ਨੇ, ਸਿੱਖਾਂ ਦੇ ਹੱਕ ਹਕੂਕ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਗਰਦਾਨ ਦਿੱਤਾ ਤੇ ਆਪਣਾ ਡਰਕੋਨੀਅਨ ਲਾਅ ਜਿਹੜਾ UAPA ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ 1967 ਦੇ ਵਿੱਚ ਬਣਿਆ ਸੀ ਕਿਸੇ ਹੋਰ ਪਰਪਸ ਦੇ ਲਈ, ਪਰ ਉਹਦੇ ਵਿੱਚ ਇਹਨਾਂ ਨੇ ਪੋਟਾ ਤੇ ਟਾਡਾ ਦੇ ਜਿਹੜੇ ਡਰੈਕੋਨੀਅਨਸ ਲਾ ਸੀ ਉਹ ਰਿਪੀਲ ਕਰਤੇ, ਉਹਨਾਂ ਦੀਆਂ ਸਾਰੀਆਂ ਧਾਰਾਵਾਂ ਪਾ ਕੇ ਇਹਨੂੰ ਸੋਰਟ ਆਫ ਵੈਂਪ ਅਪ ਕਰ ਲਿਆ, ਤਾਂ ਕਿ ਕਿਸੇ ਤਰ੍ਹਾਂ ਦੀ ਵੀ ਐਂਟੀ ਗਵਰਨਮੈਂਟ ਆਵਾਜ਼ ਅਗਰ ਉੱਠੇਗੀ ਤਾਂ ਉਹਦੀ ਸੰਘੀ ਦੱਬ ਦਿੱਤੀ ਜਾਏਗੀ ਇਸ ਕਾਨੂੰਨ ਦੇ ਥੱਲੇ। ਉਸ ਕਾਨੂੰਨ ਦੇ ਥੱਲੇ ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਗਿਆ। ਸੋ ਵੀ ਵਾਂਟਡ ਟੂ ਪੁੱਟ ਦਿਸ ਥਿੰਗਸ ਇਨ ਪਰਸਪੈਕਟਿਵ ਕਿ ਇੱਕ ਅੱਤਵਾਦੀ ਰਜੀਮ ਆ ਜਿਹੜਾ, ਇੱਕ ਅੱਤਵਾਦੀ ਲੀਡਰਸ਼ਿਪ ਆ ਜਿਹੜੀ, ਉਹ ਦੂਸਰੇ ਲੋਕਾਂ ਨੂੰ ਅੱਤਵਾਦੀ ਕਿਸ ਤਰ੍ਹਾਂ ਕਹਿ ਸਕਦੀ ਹੈ। ਹਾਂ, ਜੇ ਤੁਸੀਂ ਸਿੱਖਾਂ ਨੂੰ ਖਾਲਿਸਤਾਨ ਦੀ ਗੱਲ ਕਰਨ ਕਰਕੇ ਅੱਤਵਾਦ ਦੇ ਹਾਸ਼ੀਏ ਦੇ ਵਿੱਚ ਪਾਉਣਾ, ਤਾਂ ਫਿਰ ਇਹ ਮੰਨੋ ਕਿ ਤੁਸੀਂ ਵੀ ਅੱਤਵਾਦੀ ਹੋ। ਇਹ ਮੰਨੋ ਕਿ ਅਸੀਂ ਡੈਮੋਕ੍ਰੈਟਿਕ ਕੰਟਰੀ ਨਹੀਂ, ਅਸੀਂ ਇੱਕ ਡਿਕਟੇਟਰਸ਼ਿਪ ਆ, ਇੱਥੇ ਸਾਡਾ ਰਾਜ ਚੱਲੇਗਾ, ਜੋ ਅਸੀਂ ਕਹਾਂਗੇ ਉਹ ਹੋਏਗਾ। ਫਿਰ ਠੀਕ ਹੈ, ਫਿਰ ਦੁਨੀਆ ਦੇ ਲੋਕ ਆ ਜਿਹੜੇ ਤੁਹਾਡੇ ਲਈ ਰੈੱਡ ਕਾਰਪਟ ਨਹੀਂ, ਤੁਹਾਡੇ ਲਈ ਡੰਡਾ ਲੈ ਕੇ ਖੜੇ ਹੋਣਗੇ ਜਦੋਂ ਤੁਹਾਡਾ ਮੋਦੀ ਆਪਣੇ ਭਾਰਤ ਤੋਂ ਬਾਹਰ ਕਿਤੇ ਜਾਏਗਾ। ਸੋ ਇਸ ਕਰਕੇ ਟੂ ਪੁੱਟ ਥੀਸ ਥਿੰਗਸ ਇਨ ਅ ਪਰਸਪੈਕਟਿਵ, ਅਸੀਂ ਮੇਕ ਸ਼ੋਰ ਕੀਤਾ ਕਿ ਨਾਰਥ ਅਮਰੀਕਾ, ਖਾਸ ਕਰਕੇ ਅਮਰੀਕਾ ਤੇ ਕੈਨੇਡਾ ਦੀਆਂ ਜਿੰਨੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਸਿੱਖ ਤਨਜ਼ੀਮਾਂ ਨੇ, ਸਾਰੀਆਂ ਨੇ ਇਕੱਠੀਆਂ ਹੋ ਕੇ ਇੱਕ ਆਵਾਜ਼ ਦੇ ਵਿੱਚ ਆਵਾਜ਼ ਮਿਲਾ ਕੇ
ਭਾਰਤ ਨੂੰ ਇੱਕ ਟੈਰਰਿਸਟ ਸਟੇਟ ਡਿਕਲੇਅਰ ਕੀਤਾ ਕੱਲ, ਤੇ ਉਸ ਤੋਂ ਬਾਅਦ ਮੋਦੀ, ਅਮਿਤ ਸ਼ਾਹ, ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ, ਪੰਜਾਬ ਦਾ DGP, ਪੰਜਾਬ ਦਾ ਐਕਸ DGP ਅਤੇ ਪੰਜਾਬ ਦਾ ਐਕਸ ਜਿਹੜਾ ਚੀਫ ਮਿਨਿਸਟਰ ਸੀ, ਇੱਕ ਮੈਂਬਰ ਪਾਰਲੀਮੈਂਟ, ਤੇ ਹੋਰ ਜਿਹੜੇ ਕੁਝ ਬੰਦੇ ਸਿੱਖਾਂ ਦੇ ਖਿਲਾਫ ਇਸ ਵਕਤ ਜ਼ਹਿਰ ਉਗਲ ਰਹੇ ਨੇ, ਉਹਨਾਂ ਦੇ ਨਾਂ ਲੈ ਕੇ, ਫੋਟੋਆਂ ਲਾ ਕੇ ਉਹਨਾਂ ਨੂੰ ਅੱਤਵਾਦੀ ਡਿਕਲੇਅਰ ਕਰ ਦਿੱਤਾ। ਤੇ ਹੁਣ ਜਦੋਂ ਕਿਤੇ ਵਿਦੇਸ਼ਾਂ ਚ ਆਉਣਗੇ ਤਾਂ ਫਿਰ ਸਿੱਖ ਡੰਡੇ ਲੈ ਕੇ ਖੜੇ ਹੋਣਗੇ। ਬਿਲਕੁਲ ਠੀਕ ਹੋ ਗਿਆ। ਹੁਣ ਅਸੀਂ ਆਪਣੇ ਉਸ ਸਵਾਲ ਵੱਲੇ ਆਉਂਦੇ ਹਾਂ ਜਿਹਦੇ ਵਿੱਚ ਕਿ ਤੁਹਾਨੂੰ ਪਤਾ ਹੋਏਗਾ ਕਿ ਸਨ 25 ਦੀ ਗੱਲ ਹੈ ਕਿ ਨਹਿਰੂ ਨੇ ਇਹ ਕਿਹਾ ਸੀਗਾ ਕਿ ਜਿਸ ਵੇਲੇ ਪਾਕਿਸਤਾਨ, ਜਿਸ ਵੇਲੇ ਮਤਲਬ ਇੰਡੀਆ ਆਜ਼ਾਦ ਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਇਜਾਜ਼ਤ ਹੋਏਗੀ ਆਪਣਾ ਇੱਕ ਮੁਲਕ ਬਣਾਉਣ ਦੀ, ਔਰ ਉਹਨਾਂ ਨੂੰ ਵੀ ਆਜ਼ਾਦੀ ਦੀ ਇਜਾਜ਼ਤ ਹੋਏਗੀ। ਲੇਕਿਨ ਸਾਨੂੰ ਵੇਖਣ ਵਿੱਚ ਕੀ ਮਿਲਿਆ ਕਿ ਜਿਉਂ ਹੀ ਇੰਡੀਆ ਬਣ ਗਿਆ ਉਸ ਤੋਂ ਬਾਅਦ ਪਾਕਿਸਤਾਨ ਵੀ ਬਣ ਗਿਆ ਤੇ ਸਿੱਖਾਂ ਨੂੰ ਇੰਡੀਅਨਸ ਨੇ ਜਿਹੜੇ ਉਹ ਤੇ ਨੇੜੇ ਹੀ ਭੁੱਲ ਗਏ, ਔਰ ਪੰਜਾਬ ਵਿੱਚ ਕੋਈ ਆਜ਼ਾਦੀ ਨਹੀਂ, ਕੋਈ ਕੁਛ ਨਹੀਂ। ਉੱਥੇ ਉਹਨਾਂ ਨੇ ਸਿੱਧਾ ਉਹਨਾਂ ਨੂੰ ਆਪਣੀ ਰਿਆਇਆ ਦੇ ਤੌਰ ਤੇ ਦਿੱਲੀ ਦੀ ਰਿਆਇਆ ਬਣਾ ਕੇ ਰੱਖ ਲਿਆ। ਉਸ ਤੋਂ ਬਾਅਦ ਇਹ ਵੀ ਇਹ ਸਾਰਾ ਕੰਮ ਚੱਲਦਾ ਰਿਹਾ। ਲੇਕਿਨ ਇਹ ਹੁਣ ਆ ਕੇ ਅਗਰ ਵੇਖੋ ਤੇ ਪਿੱਛੇ ਅਗਰ ਵੇਖਿਆ ਜਾਏ ਤੇ ਫਿਰ ਅਗਰ ਕਾਂਗਰਸ ਦੀ ਜਿਹੜੀ ਹਕੂਮਤ ਆਉਂਦੀ ਰਹੀ ਹੈ ਉਹਦੇ ਵਿੱਚ ਤੇ ਚਲੋ ਫਿਰ ਥੋੜਾ ਜਿਹਾ ਹੱਥ ਹੌਲਾ ਰੱਖਦੇ ਰਹੇ ਸਿੱਖਾਂ ਉੱਤੇ। ਲੇਕਿਨ ਇੱਕ ਜਿਹੜਾ ਸਨ 84 ਵਾਲਾ ਜਿਹੜਾ ਵਾਕਿਆ ਹੋਇਆ ਉਹ ਤੇ ਇੱਕ ਐਸਾ ਵਾਕਿਆ ਜਿਹੜਾ ਕਿ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ, ਜਿਹਦੇ ਵਿੱਚ ਕਿ ਜਰਨੈਲ ਸਿੰਘ ਭਿੰਦਰਾਂ ਵਾਲੇ ਨੂੰ ਔਰ ਨਾਲ ਉਹਦੇ ਜਿੰਨੇ ਵੀ ਲੋਕੀ ਸਨ, ਜਿਹੜੇ ਉਹਦੇ ਸਪੋਰਟਰ ਸਨ, ਉਹਨਾਂ ਦੇ ਖਿਲਾਫ ਗੋਲਡਨ ਟੈਂਪਲ ਤੇ ਜੋ ਕੁਝ ਹੋਇਆ ਉਹਦੀ ਤਾਰੀਖ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਔਰ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਿਹੜਾ ਅੱਜ ਦਾ ਭਾਰਤ ਹੈ ਜਿਹੜਾ ਕਿ ਇਸ ਪਾਸੇ ਨਿਕਲ ਪਿਆ ਹੈ ਕਿ ਉਹ ਚਾਹੁੰਦਾ ਕਿ ਉੱਥੇ ਸਿਰਫ ਔਰ ਸਿਰਫ ਹਿੰਦੂ ਦੀ ਹਕੂਮਤ ਹੋਏ ਔਰ ਇੱਕ ਮਹਾਭਾਰਤ ਬਣੇ, ਜਿਹਦੇ ਵਿੱਚ ਕਿ ਐਸੇ ਜਿਹੜੇ ਨਾਲ ਨਿੱਕੇ ਕੰਟਰੀ ਨੇ, ਜਿਵੇਂ ਕਿ ਪਾਕਿਸਤਾਨ ਵੀ ਹੋ ਗਿਆ, ਕਸ਼ਮੀਰ ਵੀ ਹੋ ਗਿਆ, ਨਾਲ ਤੁਸੀਂ ਨੇਪਾਲ ਵੀ ਕਰ ਲਓ, ਭੂਟਾਨ ਵੀ ਕਰ ਲਓ, ਉਹ ਉੱਥੇ ਆਪਣੇ ਆਪ ਨੂੰ ਉਧਰ ਐਕਸਪੈਂਡ ਕਰਨਾ ਚਾਹ ਰਿਹਾ ਹੈ। ਜਿਵੇਂ ਦੀ ਸੋਚ ਸਨ 30s ਵਿੱਚ ਵੇਖਣੇ ਵਿੱਚ ਆਈ ਸੀ ਹਿਟਲਰ ਦੀ, ਇਵੇਂ ਦੀ ਸੋਚ ਹੈ ਜਿਹੜੀ ਉਹ ਅੱਜ ਦੇ ਮੋਦੀ ਵਿੱਚ ਨਜ਼ਰ ਆ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਉਹਦੇ ਫਿਊਚਰ ਵਿੱਚ ਅਗਰ ਇੰਜ ਹੀ ਚੀਜ਼ਾਂ ਚੱਲਦੀਆਂ ਰਹੀਆਂ ਤੇ ਪੰਜਾਬ ਦੇ ਜਿਹੜੇ ਲੋਕੀ ਨੇ ਉਹਨਾਂ ਦਾ ਕੀ ਬਣੇਗਾ? ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਕਾਫੀ ਇਤਿਹਾਸ ਜਿਹੜਾ ਉਹ ਸਿੱਖਾਂ ਦੇ ਜਿਹੜੇ ਦਰਦੇ ਜ਼ਖਮ ਨੇ ਉਹਨਾਂ ਦੇ ਬਾਰੇ ਬਿਆਨ ਕੀਤਾ। ਆਈ ਵਾਂਟ ਟੂ ਥੈਂਕ ਯੂ ਕਿ ਤੁਹਾਨੂੰ ਐਟਲੀਸਟ ਇਹ ਇਲਮ ਹੈ ਇਸ ਚੀਜ਼ ਦਾ ਕਿ ਸਿੱਖ ਕਿਸ ਸੂਰਤ ਹਾਲਤ ਦੇ ਵਿੱਚ ਪਿਛਲੇ 7 ਦਹਾਕਿਆਂ ਦੇ ਵਿੱਚ ਉੱਥੇ ਗਏ ਨੇ। ਇਹ 4 ਜੁਲਾਈ 1955 ਨੂੰ ਵੀ ਦਰਬਾਰ ਸਾਹਿਬ ਤੇ ਇਹਨਾਂ ਨੇ ਹਮਲਾ ਕੀਤਾ ਸੀ। ਸੋ ਇਟਸ ਨਾਟ ਬਈ ਹੁਣੇ ਹੀ ਕੀਤਾ। 4 ਜੁਲਾਈ 1955 ਨੂੰ ਸਭ ਤੋਂ ਪਹਿਲਾ ਹਮਲਾ ਦਰਬਾਰ ਸਾਹਿਬ ਤੇ ਹੋਇਆ ਸੀ। ਉਦੋਂ ਵੀ ਇਹਨਾਂ ਨੇ ਆਰਮੀ ਤੇ ਪੁਲਿਸ ਲਿਜਾ ਕੇ ਸਿੱਖਾਂ ਦਾ ਕਤਲੇਆਮ ਕੀਤਾ ਸੀ। 84 ਹੋਇਆ, ਫਿਰ ਦਿੱਲੀ ਦੇ ਵਿੱਚ ਕਤਲੇਆਮ ਹੋਇਆ। ਉਸ ਤੋਂ ਬਾਅਦ 2 ਵਾਰੀ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਬੋਡਰੋਜ਼ 1 ਬੋਡਰੋਜ਼ 2 ਦੇ ਨਾਂ ਥੱਲੇ। ਸੋ ਇਸ ਕਰਕੇ ਇਹ ਤਾਂ ਗੱਲ ਬਿਲਕੁਲ ਸਪਸ਼ਟ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਆਪਣੀ ਸ਼ਹਾਦਤ ਤੋਂ ਤਕਰੀਬਨ 2 ਦਿਨ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਹੁਣ ਅਸੀਂ ਇਸ ਮੁਲਕ ਨਾਲ ਨਹੀਂ ਰਹਿ ਸਕਦੇ। ਹੁਣ ਸਿੱਖਾਂ ਨੂੰ ਆਪਣਾ ਵੱਖਰਾ ਜਿਹੜੀ ਸਟੇਟ ਹੈ, ਸਾਵਰਨ ਸਟੇਟ ਖਾਲਿਸਤਾਨ, ਉਸ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਨਹੀਂ ਹੈ। ਸੋ ਇਸ ਕਰਕੇ ਇਹ ਤਾਂ ਹੁਣ ਵਰਕਾ ਹੀ ਪਾੜਿਆ ਗਿਆ ਕਿ ਸਾਡੀ ਜਿਹੜੀ ਸਾਡਾ ਫਿਊਚਰ ਕੀ ਹੋਏਗਾ। ਇਟ ਡਜ਼ਨਟ ਰੀਅਲੀ ਮੈਟਰ ਕੀ ਹੋਏ, ਕਿੰਨੀ ਪ੍ਰਾਈਸ ਕਿਸੇ ਨੂੰ ਪੇ ਕਰਨੀ ਪਏ, ਖਾਲਿਸਤਾਨ ਜਿਹੜਾ ਵਜੂਦ ਦੇ ਵਿੱਚ ਆਏਗਾ ਹੀ ਆਏਗਾ। ਪਰ ਜਿਸ ਕਦਰ ਇਹ ਭਾਰਤ ਦੀ ਹਕੂਮਤ ਭਾਰਤ ਨੂੰ ਗਵਰਨ ਕਰ ਰਹੀ ਹੈ, ਕੰਡਕਟ ਕਰ ਰਹੀ ਹੈ, ਤਾਂ ਉੱਥੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਕਿ ਭਾਰਤ ਦੇ ਟੁੱਟ ਹੀ ਹੋਣਗੇ। ਇਹਨਾਂ ਨੇ ਆਪਦਾ ਹਿੰਦੂ ਰਾਸ਼ਟਰ ਬਣਾਉਣਾ ਹੈ, ਠੀਕ ਆ, ਬਣਾ ਲੈਣ ਜਾ ਕੇ ਸਾਊਥ ਦੇ ਵਿੱਚ ਜਿੱਥੇ ਇਹਨਾਂ ਦੀ ਮੈਜੋਰਟੀ ਹੈ। ਬਾਕੀ ਜਿਹੜੇ ਹਿੱਸੇ ਨੇ ਉਹ ਬਾਕੀ ਲੋਕਾਂ ਨੂੰ ਛੱਡ ਦੇਣ। ਖਾਲਿਸਤਾਨ ਜਿਹੜਾ ਹੈ, ਕਿਉਂਕਿ ਜੇ ਆਪਾਂ ਇਤਿਹਾਸ ਦੇ ਵੱਲ ਹੀ ਜਾਈਏ ਫੈਜ਼ਲ ਸਾਹਿਬ, ਤਾਂ 1849 ਤੋਂ ਪਹਿਲਾਂ ਤਾਂ ਨਾ ਪਾਕਿਸਤਾਨ ਹੁੰਦਾ ਸੀ ਨਾ ਭਾਰਤ ਹੁੰਦਾ ਸੀ, ਪਰ ਸਿੱਖਾਂ ਦਾ ਰਾਜ ਹੁੰਦਾ ਸੀ। ਸੋ ਜੇ ਉਸ ਖਿੱਤੇ ਦੇ ਵਿੱਚ ਕਿਸੇ ਨੇ ਓਰੀਜਨਲੀ ਰਾਜ ਕੀਤਾ ਤਾਂ ਉਹ ਸਿੱਖਾਂ ਦਾ ਰਾਜ ਸੀ। ਖਾਲਸਾ ਸਰਕਾਰੇ ਖਾਲਸਾ
ਸਿੱਖਾਂ ਦਾ ਰਾਜ ਸੀ। ਇਸ ਕਰਕੇ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਜਿਨ੍ਹਾਂ ਦੀ ਕੰਟਰੀ ਸੀ, ਜਿਨ੍ਹਾਂ ਕੋਲੇ ਮੁਲਕ ਸੀ, ਜਿਨ੍ਹਾਂ ਕੋਲੇ ਰਿਆਸਤ ਸੀ, ਉਹਨੂੰ ਹੁਣ ਤੁਸੀਂ ਕੁਛ ਨਾ ਦਿਓ, ਉਹਨੂੰ ਤੁਸੀਂ ਗੁਲਾਮ ਬਣਾ ਲਓ ਤੇ ਦੂਸਰੀਆਂ ਜਮਾਤਾਂ ਜਿਹੜੀਆਂ ਉਹ ਆਪੋ ਆਪਣੇ ਰਾਜ ਲੈ ਕੇ ਬਹਿ ਜਾਣ। ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਪਾਕਿਸਤਾਨ ਨੇ ਆਪਣਾ ਜਿਹੜਾ ਵੱਖਰਾ ਮੁਲਕ ਇਸਟੈਬਲਿਸ਼ ਕੀਤਾ। ਐਜ਼ ਮੈਟਰ ਆਫ ਫੈਕਟ ਸਾਨੂੰ ਇਸ ਚੀਜ਼ ਦੇ ਉੱਤੇ ਬਹੁਤ ਆਪਣੇ ਆਪ ਦੇ ਉੱਤੇ ਸ਼ਰਮ ਆ ਰਹੀ ਹੈ ਕਿ ਸਾਨੂੰ ਜਿਨਾਹ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਆਜ਼ਾਦ ਹਿੰਦੂ ਨਹੀਂ ਵੇਖਿਆ, ਤੁਸੀਂ ਗੁਲਾਮ ਹਿੰਦੂ ਵੇਖਿਆ। ਸੋ ਹੁਣ ਅਸੀਂ ਆਜ਼ਾਦ ਹਿੰਦੂ ਦੇ ਹੱਥੋਂ ਹਰ ਰੋਜ਼ ਪੀੜਤ ਹਾਂ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਜਿਸ ਕਦਰ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਗਰਾਊਂਡ ਦੇ ਉੱਤੇ ਰਹਿ ਕੇ ਖਾਲਿਸਤਾਨ ਮੂਵਮੈਂਟ ਨੂੰ ਡੈਮੋਕ੍ਰੈਟਿਕ ਢੰਗ ਦੇ ਨਾਲ ਇਹਨਾਂ ਦੇ ਕਾਨੂੰਨਸ ਦੇ ਅਨੁਸਾਰ ਉਹ ਅੱਗੇ ਚਲਾ ਰਹੀ ਹੈ, ਤਾਂ ਇਹਨਾਂ ਦੇ ਕੋਲੇ ਕੋਈ ਵੀ ਜਿਹੜਾ ਲੌਜਿਕ ਪੁਆਇੰਟ ਨਹੀਂ ਹੈ। ਠੀਕ ਆ, ਡੰਡਾ ਹੈ, ਕਿੰਨਾ ਚਿਰ ਡੰਡਾ ਵਰਤ ਲੈਣਗੇ? ਜਦੋਂ ਖਾਲਸਾ ਆਪਣੀ ਆਈ ਤੇ ਆ ਗਿਆ ਫਿਰ ਇਹਨਾਂ ਦਾ ਡੰਡਾ ਵੀ ਫੇਲ ਹੋ ਜਾਏਗਾ। ਇਸ ਕਰਕੇ ਇਹ ਵੀ ਇਤਿਹਾਸ ਗਵਾਹ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਵੇਖੋਗੇ ਕਿ ਮੇਜਰ ਸ਼ਿਫਟ ਹੋਏਗੀ। ਆ ਇੱਕ 2020 ਦੀ ਗੱਲ ਹੋ ਰਹੀ ਹੈ, 2020 ਦੀ ਗੱਲ ਇੱਕ ਕੈਂਪੇਨ ਦੇ ਤੌਰ ਤੇ ਹੋ ਰਹੀ ਹੈ। ਉਹ ਤੋਂ ਹੀ ਕਿੰਨੇ ਭਾਰਤ ਜਿਹੜੀ ਬੈਫਲ ਹੋ ਰਿਹਾ, ਐਡਾ ਵੱਡਾ ਮੁਲਕ ਹੋਵੇ, ਆਪਣੇ ਆਪ ਨੂੰ ਕਹਿ ਰਿਹਾ ਹੋਵੇ ਦੁਨੀਆ ਦੀ ਬਿਗੇਸਟ ਡੈਮੋਕ੍ਰੇਸੀ, ਤੇ ਇੱਕ ਰੈਫਰੈਂਡਮ ਤੋਂ ਉਹ ਇੰਨਾ ਘਬਰਾ ਚੁੱਕਿਆ ਹੈ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਹੋ ਕੀ ਰਿਹਾ ਹੈ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਅੰਦਰੋਂ ਇਹ ਕਿੰਨੇ ਖੋਖਲੇ ਨੇ, ਬਾਹਰੋਂ ਇਹ ਕਿਸ ਤਰ੍ਹਾਂ ਇੱਕ ਮਖੌਟਾ ਜਿਹਾ ਪਹਿਨ ਕੇ ਬਹੁਤ ਜ਼ਬਰਦਸਤ ਗਵਰਨਮੈਂਟ ਬਣੇ ਹੋਏ ਨੇ। ਸੋ ਅਸੀਂ ਜਦੋਂ ਹੁਣ ਇਸ ਸਟੇਟ ਨੂੰ ਟੈਰਰਿਸਟ ਸਟੇਟ ਡਿਕਲੇਅਰ ਕਰ ਦਿੱਤਾ, ਹੁਣ ਇਹਨਾਂ ਦਾ ਡੋਜ਼ੀਅਰ ਤਿਆਰ ਹੋਏਗਾ ਬਕਾਇਦਾ ਤੌਰ ਦੇ ਉੱਤੇ, ਤੇ ਫਿਰ ਦੁਨੀਆ ਦੀਆਂ ਗਵਰਨਮੈਂਟਸ ਨੂੰ ਇਨਕਲੂਡਿੰਗ ਪਾਕਿਸਤਾਨ ਗਵਰਨਮੈਂਟ, ਉਹਨਾਂ ਨੂੰ ਵੀ ਇਹ ਡੋਜ਼ੀਅਰ ਭੇਜਿਆ ਜਾਏਗਾ ਕਿ ਇਹਨਾਂ ਦੇ ਅਸਲੀ ਚਿਹਰੇ ਆ ਨੇ। ਥੀਸ ਆਰ ਦ ਮਰਡਰਰਸ ਆਫ ਹਿਊਮੈਨਿਟੀ। ਇਹ ਹਿਊਮੈਨਿਟੀ ਦਾ ਕਤਲ ਕਰਨ ਵਾਲੇ ਲੋਕ ਨੇ। ਇਹਨਾਂ ਨੂੰ ਤੁਸੀਂ ਵਰਲਡ ਲੀਡਰਸ ਜਾਂ ਫਿਰ ਇਤਾਦਕ ਚੰਗੇ ਚੰਗੇ ਨਾਮਾਂ ਦੇ ਨਾਲ ਪੁਕਾਰ ਕੇ ਤੁਸੀਂ ਦੁਨੀਆ ਦੇ ਚੰਗੇ ਲੀਡਰਾਂ ਦੀ ਤੋਹੀਨ ਕਰ ਰਹੇ ਹੋਵੋਗੇ। ਸੋ ਇਸ ਕਰਕੇ ਹੁਣ ਚੀਨ ਦੇ ਨਾਲ ਜੋ ਕੁਛ ਸੂਰਤ ਹਾਲਤ ਭਾਰਤ ਦੀ ਆ, ਦੁਨੀਆ ਨੇ ਦੇਖ ਹੀ ਲਈ ਹੈ ਕਿ ਕਿੱਥੇ ਗਈ ਇਹਨਾਂ ਦੀ ਮਸਲ, ਕਿੱਥੇ ਗਈ ਇਹਨਾਂ ਦੀ 56 ਇੰਚ ਛਾਤੀ। ਇਹ ਕੁਛ ਵੀ ਨਹੀਂ ਹੈਗਾ ਇਹਨਾਂ ਦੇ ਪੱਲੇ। ਇਸ ਕਰਕੇ ਇਹ ਸਮਝਣ ਦੀ ਲੋੜ ਹੈ। ਕਦੇ ਰਸ਼ੀਆ ਵੱਲ ਭੱਜਦੇ ਸੀ, ਹੁਣ ਅਮਰੀਕਾ ਵੱਲ ਭੱਜਦੇ ਨੇ। ਉਹ ਇਸ ਤਰ੍ਹਾਂ ਹੈ ਕਿ ਦੋ ਸ਼ੇਰਾਂ ਦੇ ਵਿੱਚ ਜੋ ਗਿੱਦੜ ਕੋ ਘਾਬਰਿਆ ਹੁੰਦਾ ਨਾ, ਉਹ ਹਾਲਤ ਇਹਨਾਂ ਦੀ ਹੁਣ ਹੋਈ ਹੋਈ ਹੈ। ਤੇ ਮੈਂ ਸਮਝਦਾ ਹਾਂ ਕਿ ਮੋਦੀ ਵਰਗੇ ਜਿਹੜੇ ਟੈਰਰਿਸਟ ਆਗੂ ਆ, ਜਦੋਂ ਉਹੋ ਜਿਹੀ ਅਗਵਾਈ ਕਰਦੇ ਨੇ, ਭਾਈ ਗੁਰਦਾਸ ਨੇ ਕਿਹਾ ਅੰਨਾ ਆਗੂ ਜੇ ਥੀਏ ਸਭ ਸਾਥ ਮੁਹਾਵੈ, ਕਿ ਅਗਰ ਕੋਈ ਅੰਨਾ ਆਗੂ ਹੋਏਗਾ ਸਟੇਟ ਦਾ ਤਾਂ ਉਹਨੂੰ ਉਹ ਕਿਸੇ ਵੱਡੇ ਖਾਈ ਦੇ ਵਿੱਚ ਹੀ ਸਿੱਟੇਗਾ, ਤੇ ਭਾਰਤ ਨੂੰ ਖਾਈ ਦੇ ਵਿੱਚ ਨਰਿੰਦਰ ਮੋਦੀ ਸਿੱਟੇਗਾ। ਇਹ ਇਤਿਹਾਸ ਬਣੇਗਾ ਇਸ ਚੀਜ਼ ਦਾ ਆਉਣ ਵਾਲੇ ਦਿਨਾਂ ਦੇ ਵਿੱਚ। ਬਿਲਕੁਲ ਠੀਕ ਹੋ ਗਿਆ। ਇੱਥੇ ਤੁਹਾਡੀ ਜਿਹੜੀ ਸੋਚ ਹੈ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਇਮਰਾਨ ਖਾਨ, ਉਹਨਾਂ ਦੇ ਨਾਲ ਬਹੁਤ ਮਿਲਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇੰਡੀਆ ਵਿੱਚ ਮੋਦੀ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੈ ਉਹ ਮੋਦੀ ਹਿਮਸੈਲਫ, ਉਹ ਆਪ ਬਹੁਤ ਵੱਡਾ ਦੁਸ਼ਮਣ ਹੈ, ਕਿਉਂਕਿ ਉਹਦੀ ਜਿਹੜੀ ਸੋਚ ਹੈ ਉਹ ਇੰਡੀਆ ਨੂੰ ਤਬਾਹ ਬਰਬਾਦ ਕਰ ਦੇਗੀ। ਔਰ ਇਹ ਬਿਲਕੁਲ ਗੱਲ ਠੀਕ ਸਾਬਤ ਹੋ ਰਹੀ ਹੈ। ਇੱਥੇ ਇੱਕ ਗੱਲ ਜਿਹੜੀ ਹੈ ਉਹ ਤੁਹਾਡੇ ਤੱਕ ਵੀ ਪਹੁੰਚੀ ਹੋਣੀ ਹੈ। ਓਬਵੀਅਸਲੀ ਤੁਸੀਂ ਬਹੁਤ ਜ਼ਿਆਦਾ ਦੇਖਦੇ ਹੋ ਵੀ ਪੰਜਾਬ ਵਿੱਚ ਕੀ ਹੋ ਰਿਹਾ, ਔਰ ਸਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਇੰਟੈਲੀਜੈਂਸ ਵਿੰਗ ਹੈ ਰॉ ਕੀ ਕਰਦੀ ਹੈ ਵੀ ਇੰਡੀਆ ਵਿੱਚ ਜਿਹੜੇ ਯੂਥ ਹੈ, ਪੰਜਾਬੀ ਜਿਹੜੀ ਯੂਥ ਹੈ, ਉਹਨਾਂ ਵਿੱਚ ਕੀ ਕਰਦੇ ਨੇ ਕਿ ਇਹ ਡਰੱਗਸ ਤੇ ਨਾਲ ਜਿਹੜੀ ਸ਼ਰਾਬ ਹੈ ਇਹ ਬਹੁਤ ਜ਼ਿਆਦਾ ਅੰਦਰ ਲੈ ਕੇ ਜਾ ਰਹੇ ਨੇ। ਉਹਦੀ ਵਜ੍ਹਾ ਇਹ ਵੇ ਕਿ ਉਹ ਨਸ਼ੇ ਪਸੇ ਤੇ ਲੱਗ ਜਾਣ ਤੇ ਇਹ ਸਾਰਾ ਜਿਹੜਾ ਰੈਫਰੈਂਡਮ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਭੁੱਲ ਭੱਲ ਜਾਣ ਤੇ ਸਾਡੇ ਨਾਲ ਇੱਥੇ ਥੱਲੇ ਲੱਗ ਕੇ ਲੱਗੇ ਰਹਿਣ। ਤੁਸੀਂ ਇਸ ਬਾਰੇ ਚ ਕੀ ਕਹਿੰਦੇ ਹੋ? ਉਹ ਮੈਨੂੰ ਤਾਂ ਕਈ ਵਾਰ ਇਹਨਾਂ ਦੇ ਉੱਤੇ ਬਹੁਤ ਹਾਸਾ ਹੁੰਦਾ। ਅਕਸਰ ਇਹ ਦਮਗਜ਼ੇ ਮਾਰਦੇ ਆ ਕਿ ਅਸੀਂ ਬਾਰਡਰ ਆ ਜਿਹੜਾ ਇੰਨਾ ਕੰਟਰੋਲ ਕਰ ਦਿੱਤਾ, ਉੱਥੋਂ ਸੂਈ ਵੀ ਨਹੀਂ ਲੰਘ ਸਕਦੀ। ਫਿਰ ਦੂਸਰੇ ਹੀ ਸੈਂਟੈਂਸ ਦੇ ਵਿੱਚ ਇਹ ਕਹਿੰਦੇ ਨੇ ਕਿ ਬਾਰਡਰ ਦੇ ਪਾਰੋਂ ਹਥਿਆਰ ਆ ਰਹੇ ਨੇ, ਬਾਰਡਰ ਦੇ ਪਾਰੋਂ ਨਸ਼ਾ ਆ ਰਿਹਾ ਹੈ। ਵੀ ਜਦੋਂ ਸੂਈ ਨਹੀਂ ਲੰਘਦੀ ਤਾਂ ਫਿਰ ਹਥਿਆਰ ਤੇ ਨਸ਼ਾ ਕਿੱਦਾਂ ਲੰਘ ਸਕਦਾ ਹੈ? ਅਸਲ ਮਾਅਨਿਆਂ ਦੇ ਵਿੱਚ ਇਹ ਨਸ਼ੇ ਦੇ ਤਸਕਰ ਵੀ ਆਪ ਹੀ ਨੇ।
ਇਹ ਹਥਿਆਰਾਂ ਦੇ ਤਸਕਰ ਵੀ ਆਪ ਹੀ ਨੇ। ਇਹੀ ਇਹ ਸਾਰਾ ਕੁਝ ਗੋਂਦਾਂ ਗੁੰਦ ਕੇ ਸਿੱਖਾਂ ਨੂੰ ਸਿੱਖ ਨੌਜਵਾਨਾਂ ਨੂੰ ਕਈ ਵਾਰ ਫੁਸਲਾ ਕੇ ਆਪਣੀ ਜਾਲ ਦੇ ਵਿੱਚ ਫਸਾਉਣਾ ਚਾਹੁੰਦੇ ਨੇ। ਇਹ ਜਿਹੜੀ ਹਕੀਕਤ ਆ ਇਹ ਹੁਣ ਸਾਹਮਣੇ ਆ ਰਹੀ ਆ। ਇਹ ਘਸੇ ਪਿੱਠੇ ਜਿਹੜੇ ਇਹਨਾਂ ਦੇ ਰਾਗ ਨੇ, ਇਹ ਹੁਣ no longer will entertain the world। ਇਮਰਾਨ ਖਾਨ ਹੋਰਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਇਹਨਾਂ ਨੂੰ ਇੱਕ ਵਾਰੀ ਦਿਖਾ ਦਿੱਤਾ ਸੀ ਕਿ ਲੀਡਰਸ਼ਿਪ ਕੀ ਹੁੰਦੀ ਆ ਤੇ ਉਜੱਡਪੁਣਾ ਕੀ ਹੁੰਦਾ। ਜਿਹੜਾ ਉਜੱਡ ਲੀਡਰ ਆ ਨਾ, ਉਹਦੀ ਸੋਚ ਕਿਸ ਤਰ੍ਹਾਂ ਲੈਵਲ ਦੀ ਹੁੰਦੀ ਆ, ਤੇ ਜਿਹੜਾ ਪ੍ਰੋਗਰੈਸਿਵ ਲੀਡਰ ਆ, ਜਿਹੜਾ ਫਿਊਚਰਿਸਟਿਕ ਲੀਡਰ ਆ, ਕਿਉਂਕਿ ਇਮਰਾਨ ਖਾਨ ਦਾ ਮੈਂ ਇਸ ਕਰਕੇ ਵੀ ਫੈਨ ਆ ਕਿ ਉਹ ਬਾਹਰਲੇ ਮੁਲਕਾਂ ਦੇ ਵਿੱਚੋਂ ਪੜ੍ਹ ਕੇ ਗਏ ਹੋਏ ਨੇ। ਬਹੁਤ ਸਾਰਾ ਜਿਹੜੇ ਬਾਹਰਲੇ ਮੁਲਕਾਂ ਦੀ ਡੈਮੋਕ੍ਰੇਸੀ ਦੀਆਂ ਵੈਲਿਊਜ਼ ਨੇ ਉਹਨਾਂ ਦੇ ਵਿੱਚ ਐਮਬੈਡਡ ਨੇ। ਉਹ ਇਟ ਸੀਮਸ ਲਾਈਕ ਇਟਸ ਇਨ ਹਿਸ DNA। ਜਦੋਂ ਉਹ ਗੱਲ ਕਰਦੇ ਆ ਬੜੇ ਲੌਜਿਕ ਦੇ ਬੇਸ ਤੇ ਕਰਦੇ ਆ। ਉਹਨਾਂ ਦੀ ਜਿਹੜੀ ਡਿਸਕਸ਼ਨ ਹੁੰਦੀ ਆ ਵਰਲਡ ਲੈਵਲ ਦੀ ਹੁੰਦੀ ਆ, ਉਹਦਾ ਲੈਵਲ ਹੀ ਇੱਕ ਵੱਖਰਾ ਹੈ। ਭਾਵੇਂ ਕਿ ਕਈ ਵਾਰ ਮੈਨੂੰ ਇਹ ਵੀ ਮਹਿਸੂਸ ਹੁੰਦਾ ਕਿ ਪਾਕਿਸਤਾਨ ਦੇ ਲੋਕ ਵੀ ਕਈ ਵਾਰ ਇਮਰਾਨ ਖਾਨ ਨੂੰ ਸਮਝਣ ਦੇ ਵਿੱਚ ਉਹਨਾਂ ਨੂੰ ਮੁਸ਼ਕਿਲ ਆ ਜਾਂਦੀ ਹੈ, ਕਿਉਂਕਿ ਉਹਦੀਆਂ ਗੱਲਾਂ ਹੀ ਇਸ ਲੈਵਲ ਦੀਆਂ ਨੇ। ਉਹਨਾਂ ਦੀਆਂ ਗੱਲਾਂ ਵਾਸ਼ਿੰਗਟਨ, ਲੰਡਨ, ਆਟਵਾ, ਇਹਨਾਂ ਦੇ ਜਿਹੜੇ ਗਲਿਆਰੇ ਆ ਉੱਥੇ ਬਿਲਕੁਲ ਫਿੱਟ ਬੈਠਦੀਆਂ ਨੇ। ਸੋ ਇਸ ਕਰਕੇ ਮੋਦੀ ਤਾਂ ਅਨਪੜ੍ਹ ਉਜੱਡ ਬੰਦਾ, ਉਹਦਾ ਕੀ ਉਹ ਬਦਮਾਸ਼ ਬੰਦਾ। ਉਹਨਾਂ ਨੂੰ ਮੁਲਕ ਦੇ ਦਿੱਤਾ ਤੇ ਮੁਲਕ ਦੇ ਕੇ ਇੱਕ ਤਨਜ਼ੀਮ ਨੇ ਬਹੁਤ ਸਾਰਾ ਪੈਸਾ ਉਹਦੇ ਪਿੱਛੇ ਲਾ ਕੇ ਉਸ ਨੂੰ ਪ੍ਰਮੋਟ ਕਰ ਦਿੱਤਾ। ਪਰ ਇਹ ਜਿਹੜੇ ਝੂਠ ਦੇ ਢੋਲ ਨੇ ਕਈ ਵਾਰ ਵੱਜਦੇ ਬੜੇ ਸੋਹਣੇ ਲੱਗਦੇ ਹੁੰਦੇ ਆ, ਪਰ ਦੇ ਡੋਂਟ ਲਾਸਟ ਲੌਂਗਰ। ਸੋ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਜਿੰਨਾ ਚਿਰ ਮੋਦੀ ਰਹੇਗਾ ਉਹਨਾਂ ਚਿਰ ਜਿਹੜੀ ਖਾਲਿਸਤਾਨ ਦੀ ਤਵਾਰੀਖ ਆ ਉਹ ਬਹੁਤ ਵਧੀਆ ਢੰਗ ਦੇ ਨਾਲ ਅੱਗੇ ਵਧੇਗੀ ਤੇ ਖਾਲਿਸਤਾਨ ਦੇ ਸੰਗਰਾਮ ਦੇ ਵਿੱਚ ਇਟਸ ਗੋਇੰ ਮੇਕ ਇਟ ਪੋਸੀਬਲ। ਮੈਂ ਇਹ ਵੀ ਕਹਿ ਦਿਆਂ ਕਿ ਇੱਕ ਮੋਦੀ ਦੀ ਹੀ ਮਿਹਰਬਾਨੀ ਆ ਕਿ ਖਾਲਿਸਤਾਨ ਦੀ ਮੂਵਮੈਂਟ ਪਹਿਲਾਂ ਨਾਲੋਂ ਕਾਫੀ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ, ਕਿਉਂਕਿ ਸਾਡਾ ਜਿਹੜਾ ਲੌਜਿਕ ਆ ਉਹ ਆਪਣੇ ਆਪ ਪ੍ਰੂਵ ਹੋ ਰਿਹਾ ਕਿ these people are not capable of governing a country ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿ ਰਹੇ। ਹੁਣ ਮੁਸਲਮਾਨਾਂ ਦਾ ਕੀ ਹਾਲ ਆ ਭਾਰਤ ਦੇ ਵਿੱਚ, ਕ੍ਰਿਸਚੀਅਨਸ ਦਾ ਕੀ ਹਾਲ ਆ ਭਾਰਤ ਦੇ ਵਿੱਚ, ਐਬੋਰੀਜਨਲਸ ਜਿਹੜੇ ਭਾਰਤ ਦੇ ਆਪ ਜਿਨ੍ਹਾਂ ਨੂੰ ਹਿੰਦੂ ਕਹਿ ਰਹੇ ਨੇ ਉਹ ਕਹਿ ਰਹੇ ਨੇ ਸਾਨੂੰ ਹਿੰਦੂ ਨਾ ਕਹੋ, ਜਿਨ੍ਹਾਂ ਨੂੰ ਅਸੀਂ ਅਨਟੱਚੇਬਲਸ ਕਹਿੰਦੇ ਆ, ਉਹਨਾਂ ਦਾ ਕੀ ਹਾਲ ਹੈ ਭਾਰਤ ਦੇ ਵਿੱਚ। ਜਿਸ ਕਦਰ ਉਹਨਾਂ ਉੱਤੇ ਜ਼ੁਲਮ ਹੋ ਰਿਹਾ, ਇੱਕ ਸਿੱਖ ਹੀ ਆ ਜਿਹੜੇ ਇਹਨਾਂ ਦੇ ਸਾਹਮਣੇ ਵੀ ਖੜੇ ਹੋ ਜਾਂਦੇ ਨੇ, ਜ਼ੁਲਮ ਵੀ ਹੋ ਜਾਂਦਾ ਪਰ ਸਾਹਮਣੇ ਖੜ ਕੇ ਇਹਨਾਂ ਨੂੰ ਲਲਕਾਰਦੇ ਵੀ ਨੇ। ਉਹ ਗੋਰਿਆਂ ਨੇ ਨਾ ਕਈ ਵਾਰ ਬ੍ਰਿਟਿਸ਼ ਨੇ ਇੱਕ ਗੱਲ ਸਮਝੀ ਸੀ, ਉਹ ਇਹ ਸਮਝਦੇ ਸਨ ਕਿ ਸਿੱਖਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਜੰਗ ਦੇ ਵਿੱਚ, ਪਰ ਇਹਨਾਂ ਦੇ ਵਿੱਚੋਂ ਸ਼ਾਇਦ ਕਿਸੇ ਨੂੰ ਖਰੀਦਿਆ ਜਾ ਸਕਦਾ ਹੈ। ਸੋ ਇਸੇ ਤਰ੍ਹਾਂ ਹੀ ਇਹਨਾਂ ਨੇ ਸਾਡੇ ਡੋਗਰਿਆਂ ਨੂੰ ਖਰੀਦ ਕੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 10 ਸਾਲਾਂ ਦੇ ਵਿੱਚ ਡੋਗਰੇ ਖਰੀਦ ਕੇ ਖਾਲਸਾ ਰਾਜ ਆ ਜਿਹੜਾ ਉਹ ਆਪਣਾ ਗੁਲਾਮ ਬਣਾਇਆ। ਅੱਜ ਇਹ ਵੀ ਸਮਝਦੇ ਨੇ, ਇਹਨਾਂ ਨੂੰ ਵੀ ਪਤਾ ਹੈ ਕਿ ਸਿੱਖਾਂ ਨੂੰ ਕਦੇ ਜਿੱਤਿਆ ਨਹੀਂ ਜਾ ਸਕਦਾ। ਸਿੱਖਾਂ ਨੂੰ ਇਹ ਖਰੀਦਣ ਦੀ ਕੋਸ਼ਿਸ਼ ਕਰਦੇ ਹਨ, ਇਹਨਾਂ ਨੂੰ ਬੈਫਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਥੋੜ੍ਹੇ ਜਿਹੇ ਟਾਈਮ ਲਈ ਤਾਂ ਕਈ ਵਾਰ ਸਫਲਤਾ ਮਿਲ ਜਾਂਦੀ ਹੈ, ਪਰ ਇਨ ਦਾ ਲੌਂਗ ਰਨ ਸਿੱਖਾਂ ਨੂੰ ਜਿਹੜਾ ਇਹ ਗੱਲ ਸਮਝ ਪੈ ਗਈ ਹੈ ਕਿ ਅਸੀਂ ਇਹਨਾਂ ਦੇ ਥੱਲੇ ਸਰਵਾਈਵ ਨਹੀਂ ਕਰ ਸਕਦੇ। ਸਾਡਾ ਜਿਹੜਾ ਫਿਊਚਰ ਹੈ ਉਹ ਅੰਡਰ ਇੰਡੀਆ ਕਦੇ ਵੀ ਫਿੱਟ ਨਹੀਂ ਬੈ ਸਕਦਾ। ਇਸ ਕਰਕੇ ਅਸੀਂ ਆਪਣੀ ਜਿਹੜੀ ਲੋਸਟ ਸਾਵਰਨਟੀ ਹੈ, ਜੋ ਸਾਵਰਨਟੀ ਸਾਡੇ ਕੋਲ 1849 ਤੋਂ ਪਹਿਲਾਂ ਦੀ ਸੀ, ਵੀ ਵਾਂਟ ਟੂ ਗੇਨ ਦੈਟ ਸਾਵਰਨਟੀ। ਪਿਛਲੇ ਦਿਨਾਂ ਦੇ ਵਿੱਚ ਅਸੀਂ ਖਾਲਿਸਤਾਨ ਦਾ ਇੱਕ ਮੈਪ ਵੀ ਜਾਰੀ ਕੀਤਾ ਸੀਗਾ, ਜਿਹੜਾ ਮੈਂ ਤੁਹਾਨੂੰ ਭੇਜ ਦਿੱਤਾ, ਤੁਸੀਂ ਉਸ ਨੂੰ ਵੇਖ ਕੇ ਵਿਖਾ ਵੀ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਕਿ ਅਸੀਂ ਭਾਰਤ ਦੇ ਵਿੱਚ ਜੋ ਸਾਡਾ ਖਾਲਸਾ ਰਾਜ ਦਾ ਉਹ ਹਿੱਸਾ ਹੈ ਉਸ ਨੂੰ ਅਸੀਂ ਰੀਕਲੇਮ ਕਰ ਰਹੇ ਹਾਂ। ਐਂਡ ਦੇ ਬੈਟਰ go into the drawing room and let's talk about the boundaries of Khalistan within India, ਜਿਹੜਾ ਕਿ ਅਸੀਂ ਚਾਹੁੰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਗੱਲ ਪੁਸ਼ ਕੀਤੀ ਜਾਏਗੀ। ਮੇਰਾ ਇੱਕ ਵਾਰੀ ਜਾਣ ਹੋਇਆ ਕਰਤਾਰਪੁਰ ਸਾਹਿਬ ਮੈਂ ਉੱਥੇ ਗਿਆ ਤੇ ਉੱਥੇ ਮੈਂ ਇੱਕ ਜਗ੍ਹਾ ਤੇ ਇੱਕ ਸ਼ੋਕੇਸ ਵਿੱਚ ਇੱਕ ਜਿਹੜਾ ਬੰਬ ਹੈ ਨਾ ਉਹ ਉੱਥੇ ਸ਼ੋਕੇਸ ਵਿੱਚ ਲੱਗਾ ਹੋਇਆ ਮੈਨੂੰ ਨਜ਼ਰ ਆਇਆ ਤੇ ਮੈਂ ਕਿਸੇ ਕੋਲ ਪੁੱਛਿਆ ਵੀ ਇਹ ਕੀ ਹੈ ਤੇ ਉਹਨਾਂ ਨੇ ਕਿਹਾ ਜੀ ਕਿ ਜਿਸ ਵੇਲੇ ਇੰਡੋ ਪਾਕਿਸਤਾਨ ਵਾਰ ਹੋਈ ਸੀਗੀ ਤੇ ਇਹ ਇੰਡੀਆ ਦਾ ਇੱਕ ਜਿਹੜਾ ਜਹਾਜ਼ ਸੀ ਉਹਨੇ ਇੱਥੇ ਆਪਣਾ ਇੱਕ ਮਿਜ਼ਾਈਲ ਸੁੱਟਿਆ ਸੀ ਵੀ ਦਰਬਾਰ ਸਾਹਿਬ ਹੈ ਜਿਹੜੀ ਉਹ ਤਬਾਹ ਹੋ ਜਾਏ। ਲੇਕਿਨ ਹੋਇਆ ਇਹ ਵੀ ਇੱਕ ਖੂਹ ਵਿੱਚ ਜਾ ਕੇ ਟੱਠਾ, ਜਿਹੜਾ ਕਿ ਬਾਬਿਆਂ ਦਾ ਜਿਹੜਾ ਖੂਹ ਸੀ ਉੱਥੇ, ਉਹਦੇ ਵਿੱਚ ਜਾ ਕੇ ਟੱਠਾ ਤੇ ਉਹ ਫਟਿਆ ਹੀ ਨਹੀਂ ਤੇ ਮੈਨੂੰ ਉੱਥੋਂ ਮਹਿਸੂਸ ਹੋਇਆ ਵੀ ਅਗਰ ਇੰਡੀਆ ਦੀ ਸੈਨਾ ਵੇਖੀ ਜਾਏ, ਉੱਥੇ ਜਿਹੜੀ ਫੌਜ ਹੈਗੀ ਏ, ਉਹਨਾਂ ਦੀ ਆਰਮੀ ਵੇਖੀ ਜਾਏ, ਉਹਨਾਂ ਦੀ ਨੇਵੀ ਵੇਖੀ ਜਾਏ, ਉਹਨਾਂ ਦੀ 에ਅਰ ਫੋਰਸ ਵੇਖੀ ਜਾਏ,
ਉਹਦੇ ਵਿੱਚ ਸਾਨੂੰ ਸਿੱਖ ਧਰਮ ਦੇ ਕਾਫੀ ਸਾਰੇ ਲੋਕੀ ਨਜ਼ਰ ਆਉਂਦੇ ਨੇ ਜਿਹੜੇ ਕਿ ਉੱਥੇ ਸਰਵ ਕਰ ਰਹੇ ਨੇ, ਔਰ ਕੁਝ ਜਰਨੈਲ ਵੀ ਨੇ ਉਹਨਾਂ ਵਿੱਚ। ਕਿਆ ਉਹਨਾਂ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿ ਹਿੰਦੂ ਜਿਹੜਾ ਹੈ ਉਹ ਹਿੰਦੁਤਵਾ ਸੋਚ ਦਾ ਜਿਹੜਾ ਹਿੰਦੂ ਹੈ ਉਹ ਹਮੇਸ਼ਾ ਤੋਂ ਇੱਕ ਨਫ਼ਰਤ ਰੱਖਦਾ ਰਿਹਾ ਵੇ। ਉਹਨੂੰ ਕੋਈ ਪਰਵਾਹ ਨਹੀਂ ਕਿ ਉਹ ਕਰਤਾਰਪੁਰਾ ਸਾਹਿਬ ਜਿਹੜੀ ਹੈ ਉੱਥੇ ਉਹ ਮਿਜ਼ਾਈਲ ਮਾਰਦਾ ਹੈ ਤੇ ਭਾਵੇਂ ਉਹ ਥੱਲੇ ਫਟ ਫੁੱਟ ਜਾਏ ਸਭ ਕੁਝ, ਉਹਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ। ਆਇਆ ਕਿ ਉਹ ਜਿਹੜੇ ਅਫਸਰ ਨੇ ਉਹਨਾਂ ਨੂੰ ਇਸ ਚੀਜ਼ ਦਾ ਕੋਈ ਖਿਆਲ ਨਹੀਂ ਆਉਂਦਾ, ਔਰ ਅਗਰ ਉਹਨਾਂ ਨੂੰ ਕੋਈ ਖਿਆਲ ਆਉਂਦਾ ਵੀ ਹੈ ਤੇ ਉਹ ਇਸ ਚੀਜ਼ ਤੇ ਕਿਉਂ ਰਿਐਕਟ ਨਹੀਂ ਕਰਦੇ? ਉਹਨਾਂ ਨੂੰ ਰਿਐਕਟ ਕਰਨਾ ਚਾਹੀਦਾ। ਔਰ ਇਹ ਜਿਹੜੀਆਂ ਭਰਤੀਆਂ ਨੇ, ਕਿਉਂਕਿ ਭਾਰਤ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਪਤਾ ਵੀ ਇਹ ਸਿੱਖ ਜਿਹੜਾ ਦਲੇਰ ਕੌਮ ਹੈ, ਉਹ ਸਿੱਖ ਦਲੇਰ ਕੌਮ ਹੁੰਦੀ ਹੈ ਤੇ ਉਹ ਲੜਾਕਾ ਹੁੰਦਾ ਹੈ ਤੇ ਉਹਨੂੰ ਫਿਰ ਉਹ ਆਰਮੀ ਵਿੱਚ ਵੀ, ਨੇਵੀ ਵਿੱਚ ਵੀ, ਹਰ ਪਾਸੇ ਉਹ ਲਾਈ ਰੱਖਦਾ, ਇਹਨਾਂ ਕੰਮਾਂ ਵਿੱਚ ਲਾ ਕੇ ਤੇ ਉਹ ਉਹਦੇ ਉੱਤੇ ਹੁਕਮਰਾਨੀ ਕਰੀ ਜਾ ਰਿਹਾ ਹੈ। ਕਿਆ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੁੰਦਾ? ਜਿਹੜਾ ਬੜਾ ਕੰਪਲੈਕਸ ਇਸ਼ੂ ਹੈ ਇਹ ਫੈਜ਼ਲ ਸਾਹਿਬ, ਕਿ ਲੋਕਾਂ ਦੀ ਜਿਹੜੀ ਵੈਲ ਬੀਇੰਗ ਆ, ਲੋਕਾਂ ਦੀ ਬ੍ਰੈਡ ਐਂਡ ਬਟਰ ਦਾ ਇਸ਼ੂ ਆ, ਉਹ ਵੀ ਬੜਾ ਇੰਪੋਰਟੈਂਟ ਆ। ਜਦੋਂ ਤੁਸੀਂ ਕੋਈ ਸੰਗਰਾਮ, ਆਜ਼ਾਦੀ ਦਾ ਸੰਗਰਾਮ ਲੜ ਰਹੇ ਹੁੰਦੇ ਹੋ, ਤਾਂ ਫਰਸਟ ਯੂ ਹੈਵ ਟੂ ਮੇਕ ਸ਼ੋਰ ਵੀ ਤੁਸੀਂ ਲੋਕਾਂ ਨੂੰ ਪਹਿਲਾਂ ਫੀਡ ਕਰ ਸਕੋ। ਸੋ ਇਸ ਕਰਕੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਰਮੀ ਦੇ ਵਿੱਚ ਕੰਮ ਕਰਦੇ ਨੇ, ਉਹ ਭਾਰਤ ਲਈ ਲੜਨ ਲਈ ਨਹੀਂ ਆਰਮੀ ਦੇ ਵਿੱਚ ਗਏ ਹੋਏ। ਮੈਟਰ ਫੈਕਟ ਉਹ ਆਪਣੇ ਪਰਿਵਾਰ ਨੂੰ ਬ੍ਰੈਡ ਐਂਡ ਬਟਰ ਪ੍ਰੋਵਾਈਡ ਕਰਨ ਦੇ ਲਈ ਆਰਮੀ ਦੇ ਵਿੱਚ ਗਏ ਹੋਏ ਨੇ। ਇਹ ਅਨਫੋਰਚੂਨੇਟ ਆ ਕਿ ਕਈ ਵਾਰ ਈਵਨ ਹੁਣ ਵੀ ਜਦੋਂ ਚਾਈਨਾ ਦੇ ਨਾਲ ਪੰਗਾ ਪਿਆ ਸੀ ਤਾਂ ਉੱਥੇ ਸਿੱਖ ਰੈਜੀਮੈਂਟ ਨੂੰ ਬਾਅਦ ਦੇ ਵਿੱਚ ਉੱਥੇ ਭੇਜਿਆ ਗਿਆ, ਕਿਉਂਕਿ ਇਹਨਾਂ ਤੋਂ ਕੰਟਰੋਲ ਨਹੀਂ ਸੀ ਹੋ ਰਿਹਾ ਉਹ ਬਾਰਡਰ, ਤੇ ਕੰਟਰੋਲ ਤਾਂ ਹੁਣ ਵੀ ਨਹੀਂ ਹੋਣਾ। ਸੋ ਇਸ ਕਰਕੇ ਜਿਹੜੀ ਸੋਚ ਤੁਸੀਂ ਦੱਸ ਰਹੇ ਹੋ, ਇਸ ਸੋਚ ਨੂੰ ਪ੍ਰੀਵੇਲ ਕਰਨ ਦੀ ਖਾਤਰ ਟਾਈਮ ਲੱਗਦਾ ਹੈ। ਦ ਟਾਈਮ ਵਿਲ ਕਮ ਜਦੋਂ ਜਿਹੜਾ ਹਰ ਸਿੱਖ ਆ ਉਹ ਆਪਣਾ ਜਿਹੜਾ ਚਿਹਰਾ ਮੋਹਰਾ ਹੈ, ਹਰ ਸਿੱਖ ਆ ਜਿਹੜਾ ਆਪਣੀ ਬੰਦੂਕ ਦੀ ਨਾਲੀ ਹੈ ਜਿਹੜੀ ਉਹ ਇਹਨਾਂ ਦੇ ਵੱਲ ਨੂੰ ਕਰੇਗਾ ਉਲਟ ਪਲਟ ਕੇ। ਪਰ ਇਸ ਦੇ ਲਈ ਟਾਈਮ ਲੱਗੇਗਾ। ਪਰ ਮੈਂ ਸਮਝਦਾ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ, ਅੱਜ ਦਾ ਜੋ ਪੋਲੀਟੀਕਲ ਕਲਚਰ ਹੈ ਦੁਨੀਆ ਦਾ, ਇਸ ਦੀ ਲੋੜ ਹੀ ਨਹੀਂ ਹੈ, ਕਿਉਂਕਿ ਜਦੋਂ ਦੁਨੀਆ ਦੇ ਲੋਕਾਂ ਨੇ ਗੱਲ ਸਮਝ ਲੈਣੀ ਹੈ, ਜਦੋਂ ਦੀ ਹੁਣ ਵਰਲਡ ਵਾਰ ਸੈਕੰਡ ਤੋਂ ਬਾਅਦ ਯੂਨਾਈਟਿਡ ਨੇਸ਼ਨ ਹੋਣ ਦੇ ਵਿੱਚ ਆਈ ਹੈ, ਤਾਂ ਤੁਸੀਂ ਵੇਖ ਲਓ ਬਹੁਤ ਥੋੜੀਆਂ ਲੜਾਈਆਂ ਹੋਈਆਂ ਨੇ, ਪਰ ਬਹੁਤ ਸਾਰੀਆਂ ਸਟੇਟਸ ਹੋਣ ਦੇ ਵਿੱਚ ਆਈਆਂ ਨੇ। ਇਸ ਮੈਟਰ ਫੈਕਟ ਮੇਰੇ ਖਿਆਲ ਦੇ ਵਿੱਚ ਜੇ ਕਾਊਂਟ ਕਰੀਏ 70 ਤੋਂ ਉੱਪਰ ਨਵੇਂ ਮੁਲਕ ਬਣੇ ਨੇ 1942-43 ਤੋਂ ਬਾਅਦ। ਸੋ ਇਸ ਕਰਕੇ ਅੱਜ ਕੱਲ੍ਹ ਜਿਹੜਾ ਪੋਲੀਟੀਕਲ ਕਲਚਰ ਹੈ ਦੁਨੀਆ ਦਾ, ਉਹ ਲੌਜਿਕ ਦੇ ਬੇਸ ਦੇ ਉੱਤੇ ਆ। ਇਹ ਠੀਕ ਹੈ, ਇਕਾਨਮੀ ਡਰਿਵਨ ਵਰਲਡ ਹੈ ਇਹ। ਇਕਾਨਮੀ ਡਰਿਵਨ ਵਰਲਡ ਕਰਕੇ ਇੰਡੀਆ ਨੇ ਇੱਕ ਝਾਂਸਾ ਜਿਹਾ ਦਿੱਤਾ ਹੋਇਆ ਕਿ ਸਾਡੀ ਬਹੁਤ ਵੱਡੀ ਇਕਾਨਮੀ ਆ, ਤੁਸੀਂ ਇੱਥੇ ਆ ਕੇ ਚੱਪਲਾਂ ਦੀਆਂ ਬੱਦਰਾਂ ਵੀ ਵੇਚਣ ਲੱਗ ਜਾਓ ਤਾਂ ਤੁਸੀਂ ਯੂ ਕੈਨ ਮੇਕ ਮਨੀ। ਸੋ ਇਸ ਤਰ੍ਹਾਂ ਦਾ ਪ੍ਰਭਾਵ ਦੁਨੀਆ ਦੀਆਂ ਗਵਰਨਮੈਂਟਸ ਨੂੰ ਦਿੱਤਾ ਹੋਇਆ। ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਵਕਤੀ ਨੇ। ਜਦੋਂ ਵੀ ਦੁਨੀਆ ਦੇ ਲੋਕਾਂ ਦਾ ਜਿਹੜੀ ਪੋਲੀਟਿਕਸ ਹੈ ਉਹ ਇੰਡੀਆ ਦੇ ਖਿਲਾਫ ਹੋਈ, ਵਾਸ਼ਿੰਗਟਨ ਦੀ ਹੋਈ, ਲੰਡਨ ਦੀ ਹੋਈ, ਆਟਵਾ ਦੀ ਹੋਈ, ਤਾਂ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੰਨੋਂ ਫੜ ਕੇ ਇੰਡੀਆ ਵਾਲਿਆਂ ਨੂੰ ਬੋਰਡ ਰੂਮ ਦੇ ਵਿੱਚ ਲਿਆਂਦਾ ਜਾਏਗਾ ਤੇ ਉੱਥੇ ਆ ਕੇ ਫਿਰ ਇਹ ਸਾਰੇ ਸਵਾਲਾਂ ਦਾ ਜਵਾਬ ਜੋ ਜੈਨੋਸਾਈਡ ਕਰ ਰਹੇ ਨੇ ਕਸ਼ਮੀਰ ਦੇ ਵਿੱਚ, ਜਿਸ ਤਰ੍ਹਾਂ ਪੈਲਟਸ ਮਾਰ ਕੇ ਨੌਜਵਾਨਾਂ ਨੂੰ ਇਹਨਾਂ ਨੇ ਅੰਨ੍ਹਿਆ ਕੀਤਾ ਹੈ, ਜਿਸ ਤਰ੍ਹਾਂ ਉੱਥੇ ਬੇਪਤੀਆਂ ਹੋ ਰਹੀਆਂ, ਸਾਰਾ ਕੁਝ 1948 ਦਾ ਪਲੈਬਸਾਈਟ ਜਿਹੜਾ ਨਹਿਰੂ ਖੁਦ ਕਰਾਉਣਾ ਚਾਹੁੰਦਾ ਸੀ ਉਸ ਵਕਤ, ਉਹ ਇਹਨਾਂ ਨੂੰ ਫਿਰ ਸਾਰਾ ਕੁਝ ਆ ਜਿਹੜਾ ਉਹਦਾ ਹਿਸਾਬ ਕਿਤਾਬ ਦੇਣਾ ਪਏਗਾ। ਤੇ ਉਸ ਤੋਂ ਬਾਅਦ ਫਿਰ ਜਿਹੜਾ ਭਾਰਤ ਹੈ ਇਹ ਵੱਖ-ਵੱਖ ਟੋਟਿਆਂ ਦੇ ਵਿੱਚ ਟੁੱਟੇਗਾ। ਟੁੱਟ ਕੇ ਜਿਹੜੀਆਂ ਵੱਖ-ਵੱਖ ਤਨਜ਼ੀਮਾਂ ਇਸ ਵਕਤ ਆਪਣੇ ਆਜ਼ਾਦੀ ਦੇ ਸੰਘਰਸ਼ ਲੜ ਰਹੀਆਂ ਨੇ, ਉਹ ਫਿਰ ਫਰੂਟਫੁਲ ਹੋਣਗੀਆਂ, ਉਹਨਾਂ ਨੂੰ ਬੂਰ ਪਏਗਾ। ਖਾਲਿਸਤਾਨ ਵੀ ਆਜ਼ਾਦ ਹੋਏਗਾ, ਕਸ਼ਮੀਰ ਵੀ ਆਜ਼ਾਦ ਹੋਏਗਾ, ਨਾਗਾਲੈਂਡ ਵੀ ਪ੍ਰੋਪਰਲੀ ਆਜ਼ਾਦ ਹੋਏਗਾ। ਹੁਣ ਵੀ ਅਸੀਂ ਵੇਖ ਰਹੇ ਹਾਂ ਕਿ ਇੰਡੀਆ ਜਿਹੜਾ ਆਪਣੇ ਕਿਸੇ ਵੀ ਗੁਆਂਢੀ ਨਾਲ ਇੰਡੀਆ ਦੀ ਬਣਦੀ ਨਹੀਂ ਹੈ। ਇਹ ਕਿਉਂਕਿ ਇਹਨਾਂ ਦਾ ਐਟੀਟਿਊਡ ਹੀ ਇਸ ਤਰ੍ਹਾਂ ਦਾ ਹੈ। ਜਿਉਂ-ਜਿਉਂ ਲੋਕਾਂ ਨੂੰ ਸਮਝ ਪੈਂਦੀ ਜਾ ਰਹੀ ਹੈ ਤਿਉਂ ਲੋਕ ਜਿਹੜੇ ਹਨ ਇਹਨਾਂ ਤੋਂ ਦੂਰ ਰਹਿ ਕੇ ਆਪਣਾ ਵੱਖਰਾ ਨਿਜ਼ਾਮ ਚਲਾਉਣਾ ਚਾਹੁੰਦੇ ਨੇ। ਸੋ ਇਹ ਵਕਤ ਆ ਰਿਹਾ ਹੈ ਕਿ ਇੰਡੀਆ ਦਾ ਜਿਹੜਾ ਖੋਖਲਾਪਣ ਹੈ ਉਹ ਦੁਨੀਆ ਦੇ ਸਾਹਮਣੇ ਆਏਗਾ ਹੀ ਆਏਗਾ। ਨਾਲੇ ਇੱਕ ਹੋਰ ਚੀਜ਼ ਇਹ ਵੇ ਕਿ ਖਾਲਿਸਤਾਨ ਮੂਵਮੈਂਟ ਵਿੱਚ ਇਹ ਜਿਹੜਾ ਤੁਹਾਡਾ ਰੈਫਰੈਂਡਮ 2020 ਸੀਗਾ, ਇਹ ਬੜੀ ਅਹਿਮੀਅਤ ਦਾ ਹਾਮਿਲ ਸੀ। ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਰੋਨਾ ਵਾਇਰਸ ਵਾਲਾ ਕਿੱਸਾ ਵਿੱਚ ਆ ਗਿਆ, ਉਹਦੀ ਵਜ੍ਹਾ ਤੋਂ ਇਹਦੇ ਉੱਤੇ ਕੋਈ ਅਸਰ ਪਿਆ, ਔਰ ਹੋ ਸਕਦਾ ਕੁਝ ਐਸੀਆਂ ਚੀਜ਼ਾਂ ਹੋ ਜਾਣੀਆਂ ਸੀ ਇਸ ਸਾਲ ਵਿੱਚ ਜਿਹੜੀਆਂ ਕਿ ਉਹ ਨਹੀਂ ਹੋ ਸਕੀਆਂ, ਸਿਰਫ ਔਰ ਸਿਰਫ ਇਸ ਕਰਕੇ ਵੀ ਦੁਨੀਆ ਦਾ ਜਿਹੜਾ ਧਿਆਨ ਹੈ ਉਹ ਸਾਰੇ ਦਾ ਸਾਰਾ ਕਰੋਨਾ
ਕੋਵਿਡ-19 ਉੱਤੇ ਚਲਾ ਗਿਆ ਤੇ ਹੁਣ ਅਗਲਾ ਤੁਹਾਡਾ ਲਾਇਆ ਅਮਲ ਕੀ ਹੈ ਰੈਫਰੈਂਡਮ 2020 ਕਰਕੇ? ਔਰ ਬੇਸਿਕਲੀ ਸਭ ਤੋਂ ਪਹਿਲਾਂ 9/11 ਨੇ ਕਾਫੀ ਜਿਹੜੀਆਂ ਮੂਵਮੈਂਟਸ ਸੀਗੀਆਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ, ਕਿਉਂਕਿ ਜਦੋਂ ਪਰਸੈਪਸ਼ਨਸ ਚੇਂਜ ਹੋ ਜਾਂਦੀਆਂ ਨੇ ਉਸ ਨੂੰ ਫਿਰ ਪੋਜ਼ਿਟਿਵ ਟਰਨ ਦੇਣ ਦੀ ਖਾਤਰ ਕਈ ਵਾਰ ਦਹਾਕਾ ਲੱਗ ਜਾਂਦਾ ਹੈ। ਤੇ ਉਸੇ ਤਰ੍ਹਾਂ ਹੀ ਹੁਣ ਕੋਵਿਡ ਆ ਗਿਆ। ਇਹ ਚੀਜ਼ਾਂ ਜਿਹੜੀਆਂ ਬਿਆਨ ਕੰਟਰੋਲ ਨੇ, ਇਹ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ। ਇਹਨਾਂ ਨੇ ਡੈਫੀਨਿਟਲੀ ਆਪਣਾ ਇੰਪੈਕਟ ਛੱਡਣਾ ਹੀ ਛੱਡਣਾ ਹੈ, ਕਿਤੇ ਨੈਗੇਟਿਵ ਇੰਪੈਕਟ ਵੀ ਛੱਡਣੀ ਹੈ, ਕਿਤੇ ਪੋਜ਼ਿਟਿਵ ਇੰਪੈਕਟ ਵੀ ਛੱਡਣਗੀਆਂ। ਪਰ ਮੈਂ ਸਮਝਦਾ ਹਾਂ ਕਿ ਸਾਡੀ ਇਸ ਮੂਵਮੈਂਟ ਦੇ ਵਿੱਚ ਜਿਹੜਾ ਕੋਵਿਡ ਦਾ ਇੰਨਾ ਕੋਈ ਅਸਰ ਮੈਨੂੰ ਨਜ਼ਰ ਨਹੀਂ ਆ ਰਿਹਾ, ਕਿਉਂਕਿ ਬਹੁਤਾਤ ਦੇ ਵਿੱਚ ਸਾਡੀ ਜਿਹੜੀ ਮੂਵਮੈਂਟ ਆ ਉਹ ਇੰਡੀਆ ਤੋਂ ਬਾਹਰ ਹੈ ਐਂਡ ਇਟਸ ਆਨਲਾਈਨ। ਅਸੀਂ ਪ੍ਰਚਾਰ ਦੇ ਨਾਲ ਕੰਮ ਕਰਦੇ ਹਾਂ, ਸਾਡਾ ਕੰਮ ਪ੍ਰਚਾਰ ਹੈ। ਅਸੀਂ ਗਰਾਊਂਡ ਲੈਵਲ ਦੇ ਉੱਤੇ ਹਲੇ ਡਾਂਗਾ ਚੱਕ ਕੇ ਉਹਨਾਂ ਨਾਲ ਲੜ ਨਹੀਂ ਰਹੇ। ਇਸ ਕਰਕੇ ਸੋ ਕੋਵਿਡ ਨੇ ਉਹਨਾਂ ਜ਼ਿਆਦਾ ਇੰਪੈਕਟ ਨਹੀਂ ਕੀਤਾ। ਜਿਹੜਾ ਰੈਫਰੈਂਡਮ 2020 ਉਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਮੀਲ ਪੱਥਰ ਹੈ ਕਿ ਉਸ ਨੇ ਦੁਨੀਆ ਨੂੰ ਸਿੱਧ ਕਰ ਦਿੱਤਾ ਵੀ ਲੋਕ ਇਹ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦੇ ਨੇ, ਦੁਨੀਆ ਦੀ ਬਿਗੇਸਟ ਡੈਮੋਕ੍ਰੇਸੀ ਦੇ ਠਾਊਟ ਇਸ ਤਰ੍ਹਾਂ ਦਾ ਬਕਵਾਸ ਕਰਦੇ ਨੇ ਕਿ ਅਸੀਂ ਬਿਗੇਸਟ ਡੈਮੋਕ੍ਰੇਸੀ ਹਾਂ। ਇਹਨਾਂ ਦਾ ਕਨਸਟੀਟਿਊਸ਼ਨ ਦੀ ਆਰਟੀਕਲ 51 ਦੇ ਵਿੱਚ ਜਿਹੜੀ ਫਰੀडम ਆਫ ਸਪੀਚ ਐਂਡ ਫਰੀडम ਆਫ ਐਕਸਪ੍ਰੈਸ਼ਨ ਆ ਉਹ ਗੈਰੰਟੀਡ ਨੇ। ਤਾਂ ਫਿਰ ਇੱਕ ਬੰਦਾ ਵੋਟ ਪਾ ਕੇ ਆਪਣੀ ਫਰੀडम ਆਫ ਸਪੀਚ ਆਪਣੀ ਗੱਲ ਕਹਿਣੀ ਚਾਹੁੰਦਾ ਵੋਟ ਦੇ ਨਾਲ ਕਿ ਮੈਂ ਭਾਰਤ ਨਾਲ ਰਹਿਣਾ ਨਹੀਂ ਚਾਹੁੰਦਾ ਜਾਂ ਮੈਂ ਭਾਰਤ ਨਾਲ ਰਹਿਣਾ ਚਾਹੁੰਦਾ, ਤੇ ਇਹਨਾਂ ਨੂੰ ਫਿਰ ਕੀ ਪ੍ਰੋਬਲਮ ਹੈ? ਸੋ ਇਸ ਕਰਕੇ ਜਦੋਂ ਇਹ ਲੋਕਾਂ ਨੂੰ ਇਹ ਹੱਕ ਡਿਨਾਈ ਕਰਦੇ ਨੇ ਤਾਂ ਇਹ ਦੁਨੀਆ ਦੇ ਵਿੱਚ ਕਦੇ ਵੀ ਆਪਣਾ ਮੂੰਹ ਲੋਕਾਂ ਨੂੰ ਵਿਖਾ ਨਹੀਂ ਸਕਣਗੇ ਕਿ ਵਾਈ ਦੇ ਆਰ ਡੂਇੰਗ ਇਟ। ਸੋ ਇਸ ਕਰਕੇ ਇਹ ਗੱਲ ਸਮਝਣ ਦੀ ਲੋੜ ਆ। ਕੈਨੇਡਾ ਦੇ ਵਿੱਚ ਰੈਫਰੈਂਡਮ ਹੋਇਆ, ਇੰਗਲੈਂਡ ਦੇ ਵਿੱਚ ਰੈਫਰੈਂਡਮ ਹੋ ਰਹੇ ਨੇ, ਕੈਟਾਲੋਨੀਆ ਦੇ ਵਿੱਚ ਰੈਫਰੈਂਡਮ ਦੁਨੀਆ ਦੇ ਲੋਕ ਆ ਜਿਹੜੇ ਉਹ ਰੈਫਰੈਂਡਮ ਦੇ ਨਾਲ ਆਪਣੇ ਮਸਲੇ ਹੱਲ ਕਰ ਰਹੇ ਨੇ। ਤੇ 1948 ਤੋਂ ਕਸ਼ਮੀਰ ਦੇ ਵਿੱਚ ਲੜੀ ਜਾ ਰਹੇ ਨੇ, ਪਤਾ ਨਹੀਂ ਕਿੰਨੇ ਕਸ਼ਮੀਰੀ ਮੌਤ ਦੇ ਘਾਟ ਉਤਾਰ ਦਿੱਤੇ, ਪਰ 1948 ਵਾਲੇ ਪਲੈਬਸਾਈਟ ਨੂੰ ਤੇ ਅਮਲ ਕਰਕੇ ਉਸ ਮਸਲੇ ਨੂੰ ਵਨਸ ਐਂਡ ਫॉर ਆਲ ਸੋਲਵ ਕਰਨ ਦੀ ਵਿੱਚ ਇਹਨਾਂ ਨੂੰ ਪਤਾ ਨਹੀਂ ਕੀ ਡਰ ਹੈ। ਡਰ ਇਹੀ ਹੈ ਕਿ ਜਦੋਂ ਇਹ ਪਲੈਬਸਾਈਟ ਦਾ ਰਾਈਟ ਦੇਣਗੇ ਕਸ਼ਮੀਰੀਜ਼ ਨੂੰ, ਉਹਨਾਂ ਨੇ ਇਹਨਾਂ ਦੇ ਹੱਕ ਵਿੱਚ ਵੋਟ ਨਹੀਂ ਪਾਉਣੀ, ਕਿਉਂਕਿ ਦੇ ਨੋ ਕਿ ਇਹਨਾਂ ਨੇ ਜਿੰਨਾ ਜ਼ੁਲਮ ਉੱਥੇ ਹਰ ਘਰ ਦੇ ਵਿੱਚ ਜਾ ਕੇ ਕੀਤਾ ਇਹਨਾਂ ਦੇ ਆਰਮੀ ਦੇ ਬੰਦਿਆਂ ਨੇ, ਉਹ ਕਦੇ ਵੀ ਇਹਨਾਂ ਨੂੰ ਡੇਰ ਵੋਟ ਨਹੀਂ ਪਾ ਸਕਣਗੇ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੈ। ਭਾਵੇਂ ਕਿ ਕਹਿ ਰਹੇ ਨੇ ਜੀ ਕਿ ਖਾਲਿਸਤਾਨ ਦੀ ਤਾਂ ਪੰਜਾਬ ਦੇ ਵਿੱਚ ਸਪੋਰਟ ਹੀ ਕੋਈ ਨਹੀਂ ਹੈ, ਖਾਲਿਸਤਾਨ ਤਾਂ ਪੰਜਾਬ ਦੇ ਵਿੱਚ ਕੋਈ ਮੰਗਦਾ, ਜੇ ਅਗਰ ਕੋਈ ਮੰਗਦਾ ਹੀ ਨਹੀਂ ਦੈਨ ਯੂ ਨੋ ਲੈਟਸ ਹੋਲਡ ਦਿਸ ਰੈਫਰੈਂਡਮ ਐਂਡ ਫਾਈਂਡ ਆਊਟ। ਸੋ ਵਾਟਸ ਦ ਪ੍ਰੋਬਲਮ? ਪ੍ਰੋਬਲਮ ਇਹੀ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਪੁਲਿਸ ਫੋਰਸ ਨੇ, CRP ਨੇ, BSF ਨੇ, ਪੰਜਾਬ ਪੁਲਿਸ ਨੇ ਘਰ ਘਰ ਵਿੱਚ ਜਾ ਕੇ ਕਿੰਨਾ ਜ਼ੁਲਮ ਕੀਤਾ ਹੈ, ਕਿੰਨੀ ਦਹਿਸ਼ਤ ਫੈਲਾਈ ਹੈ। ਤੇ ਜਦੋਂ ਫਿਰ ਉਸ ਘਰ ਦੇ ਬਜ਼ੁਰਗ ਨੂੰ ਆਪਣੀ ਵੋਟ ਪਾ ਕੇ ਆਪਣੀ ਗੱਲ ਕਹਿਣ ਦਾ ਅਧਿਕਾਰ ਮਿਲੂਗਾ, ਫਿਰ ਉਹ ਕਹੂਗਾ ਨਾ ਫਿੱਟ ਲਾਣ ਤੇ ਸਿੱਡੀਆਂ ਦੇ, ਮੈਂ ਇਸ ਦੇ ਨਾਲ ਰਹਿਣਾ ਨਹੀਂ ਚਾਹੁੰਦਾ। ਸੋ ਇਸ ਕਰਕੇ ਇਹ ਰਿਐਲਿਟੀ ਹੈ ਜਿਹੜੀ ਦੇ ਨੋ ਇਟ। ਸ਼ਾਇਦ ਦੁਨੀਆ ਨੂੰ ਕੋਈ ਡਾਊਟ ਹੋਏ ਪਰ ਉਹਨਾਂ ਨੂੰ ਕੋਈ ਡਾਊਟ ਨਹੀਂ ਹੈ। ਇਸੇ ਕਰਕੇ ਉਹ UAPA ਵਰਗੇ ਜਿਹੜੇ ਐਕਟ ਨੇ ਉਹ ਬਦਲ ਕੇ ਲੋਕਾਂ ਦੀ ਸੰਘੀ, ਲੋਕਾਂ ਨੂੰ ਦਬਾਉਣ, ਲੋਕਾਂ ਨੂੰ ਚੁੱਪ ਕਰਾਉਣ, ਲੋਕਾਂ ਤੇ ਜ਼ੁਲਮ ਕਰਨ, ਲੋਕਾਂ ਨੂੰ ਗੁਲਾਮ ਰੱਖਣ ਦੇ ਲਈ ਆਪਣੀ ਪੂਰੀ ਵਾਹ ਲਾ ਰਹੇ ਨੇ। ਸੁਖਵਿੰਦਰ ਭਾਈ ਜੀ, ਇੱਕ ਸਵਾਲ ਹੁਣ ਇੰਗਲਿਸ਼ ਵਿੱਚ ਹੋ ਜਾਏ ਜ਼ਰਾ ਕਿ do you not think that is the right time to have your own government in exile, government of Khalistan in exile, which is obviously, I mean, it's a freedom struggle, and you have your own government which is in exile and it is ready to talk to United Nations, it is ready to talk to European Union and all of these organizations, big organizations. The organizations I'm talking about, they are the ones who matter so much in the world. Do you not think it's the right time to do it now? Well, we had the government in exile some long time ago from England, and unfortunately, the president of that government had passed away. It's in a process, but I believe, we are ready. I've written, I have talked about it, that we are ready to hold the bilateral or trilateral talks about Khalsa Raj with the China, with the Pakistan, with India, with anybody else, even with the United States, United Nations and European Union. We have presented ourselves. The time will come when we have a government in exile in place, where the governments
can have an open discussion with the government. But meantime, we're very organized throughout the world. We're very organized in the United States. We're very organized in UK and Canada. So we are ready. I've written to your government many times. I've spoken to your government officials many times. It's about time that the Pakistan should support the Republic of Khalistan, establishment of Khalistan openly, because it's a political thing to do. It's not. It's nothing to do with the terrorism. India is every morning. India gets up and blames Pakistan or ISI for their own shortcomings. So the blame is always there. So why not Islamabad comes up and say, we support the establishment of Khalistan? Why not? I've spoken to your ministers on many occasions on this issue, but unfortunately, maybe the political hemisphere, the political season is not there yet. Time will come. This is where we are. This is the dialogue that we want to have. Being a diaspora Sikh, I've spent 35 years advocating for Khalistan. I see no reason that the foreign government should shy away from the establishment of Khalistan movement, because this movement has history, this movement has reasoning, this movement has a logic behind it. The Sikh itself, the Khalsa Panth itself, is very capable of governing their country. And as a matter of fact, when BBC last year tried to find out which is the best kingdom in the world, Khalsa Raj was voted the best by BBC thing. So Maharaja Ranjit Singh was the best king. I was in Pakistan in November last year, for the Kartarpur Sahib corridor opening, and I visited all the places in Pakistan. I loved staying in Lahore, and it was a great place to be. And I felt like I'm home, because India will not welcome me for the last 40 years to go to India from Canada. So I was missing that part of Punjab. So when I visited Lahore part of Punjab, I loved it. So the point is, we are ready and we are capable, and we want the governments, whether it's Pakistan government, China, UK, Canada, United States, whichever government wants to talk, or we would like to talk with any government about Khalistan, about its existence, why we think it's viable, why we think it's logic, why we think India should not be our government, why we think we should not be under India. We should be having a sovereign state called Khalistan. Yeah, you're very right about it. I have spent good time in England, and I have done one of my degrees from England. The fact I know about Sikh people there, they are pro Khalistan, and they are the ones who do not like to be called Indians. They want to be called Khalistanis. And you have so many prominent people living in Australia, living in Canada, living in America. For the matter of the fact, a few of the people, Sikh people living in Canada, they are actually at the so high posts. I mean, defense minister, he's one of them, and world is full of people from the Sikh religion who left India just because of one reason, that they fought for Khalistan and they want their Khalistan movement to be successful. So I personally believe in Pakistan, as I'm living in Islamabad, I would love to see your embassy opening in Pakistan, in Islamabad, your high commission, I should say. Reason being, whatever the countries which are colonies, ex-colonies of Britain, they can have their high commissions, and you can have your chair inside the Commonwealth as well. It can be sorted. Plus, you can have your embassies in all of the major capitals of the world. Talking about Paris, talking about London, talking about whatever the important capitals of the world there should be embassy. And
do you not think that this matter of having a government in exile and embassies throughout the world should be highlighted now, because this would really help your referendum 2020? Well, I think you should send this interview to Prime Minister Imran Khan and everybody else in the government, so we could tell them that we're ready to open an embassy of Khalistan in Islamabad, if they would permit so. क्योंकि ਅਸੀਂ समझते हैं डॉक्टर अलामा इकबाल ने कहा सी गुलामी में काम आती शमशीरें ना तदबीरें योकें योकें यकीन पैदा कर तो कट जाती जंजीरें सो ਅਸੀਂ ਇਹ ਜੰਜ਼ੀਰ ਨੂੰ ਹਮੇਸ਼ਾ ਵਾਸਤੇ ਕੱਟਣਾ ਚਾਹੁੰਦੇ ਆ ਇਹ ਸਾਡੇ ਲਈ ਬੜਾ ਜ਼ਰੂਰੀ ਹੈ क्योंकि गुरु पातशाह ने सानू ये कहा सी कि इन गरीब सिखन को दए पातशाही ये याद रखें हमारी गुदयाई जो गुरु गोबिंद सिंह जी महाराज ने पातशाही एटमोसफीयर पातशाही DNA सानू दिता है ਅਸੀਂ ਬਿਲਕੁਲ ਗੁਲਾਮ ਬਣ ਕੇ ਭਾਰਤ ਦੇ ਰਹਿਣਾ ਨਹੀਂ ਚਾਹੁੰਦੇ ਸੋ ਵੀ ਆਰ ਰੈਡੀ ਫॉर दैट एंड एज अ मैटर ऑफ फैक्ट Ecuador once opened a Khalistan embassy in Ecuador but it was too early probably the weather was not in Khalistan's favor but now things have changed so we are ready for that and our approach to the governments in the international community has always been that way, that we like to initiate a dialogue on a Republic of Khalistan. If you go to my Facebook page, it's called Republic of Khalistan. That is the start of this Facebook page. So we could tell people that we are ready for it. We're definitely equipped for it. We're ready for it. We have everything. We have flag, we have map, we have constitution, and we have people who are capable of governing a country. So it's not going to be a failed state like India. It's going to be a very progressive state that we, Diaspora 6 would love to see. So I wanted to thank you for bringing that matter up ਕਿਉਂਕਿ ਜਦੋਂ ਵੀ ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਕੋਈ ਗੱਲ ਸ਼ੁਰੂ ਹੋ ਜਾਵੇ ਤਾਂ ਫਿਰ ਇਹ ਕੁਦਰਤੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਇਹ ਕਿਸੇ ਨਾ ਕਿਸੇ ਪਾਸੇ ਲੱਗਦੀਆਂ ਹਨ ਇਹ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਲੱਗੀ ਜੇ ਤੇਰੇ ਕਾਲਜੇ ਹਲੇ ਛੁਰੀ ਨਹੀਂ ਲੱਗੀ ਜੇ ਤੇਰੇ ਕਾਲਜੇ ਅਜੇ ਛੁਰੀ ਨਹੀਂ ਇਹ ਨਾ ਸਮਝ ਕੇ ਸ਼ਹਿਰ ਕੀ ਹਾਲਤ ਬੁਰੀ ਨਹੀਂ ਸੋ ਇਸ ਕਰਕੇ ਇਹ ਨਹੀਂ ਕਿਸੇ ਨੂੰ ਸਮਝਣਾ ਚਾਹੀਦਾ ਕਿ ਮੈਨੂੰ ਤਾਂ ਸੇਕ ਲੱਗਿਆ ਨਹੀਂ ਇਸ ਕਰਕੇ ਸ਼ਾਇਦ ਇਹ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਜਾਂ ਭਾਰਤ ਦੇ ਇਸ ਜ਼ਾਲਮਾਨਾ ਬਿਹੇਵੀਅਰ ਦੀ ਗੱਲ ਕਰਦੇ ਨੇ ਇਹ ਪੋਲੀਟੀਕਲੀ ਮੋਟੀਵੇਟਡ ਆ ਇਟਸ ਮੋਟੀਵੇਟਡ ਬਾਈ ਦ ਰਿਐਲਿਟੀ ਆਫ ਲਾਸਟ 70 ਇਅਰਸ ਇਸ ਕਰਕੇ ਆਈ ਬਲੀਵ ਕਿ ਆਉਣ ਵਾਲਾ ਜਿਹੜਾ ਸਮਾਂ ਯੂ ਵਿਲ ਸੀ ਲਾਰਾ ਚੇਂਜਸ ਇਨ ਦੀ ਐਟੀਟਿਊਡ ਯੂ ਵਿਲ ਸੀ ਲਾਰਾ ਚੇਂਜਸ ਇਨ the way the Sikhs are playing politics in the world and the way the world is reacting towards Khalistan and the Sikhs, the things will change. ਤੁਹਾਡੇ ਨਾਲ ਮੈਂ ਆਖਰ ਵਿੱਚ ਦੋ ਵਾਅਦੇ ਕਰਦਾ ਇੱਕ ਤੇ ਇਹ ਕਿ ਇਹ ਜਿਹੜਾ ਕਲਿੱਪ ਹੈ ਤੁਹਾਡਾ ਜਿਹਦੇ ਵਿੱਚ ਕਿ ਤੁਸੀਂ ਨੇ ਇਹ ਆਖਿਆ ਕਿ ਤੁਸੀਂ ਬਣਾਉਣਾ ਚਾਹੁੰਦੇ ਹੋ ਪਾਕਿਸਤਾਨ ਵਿੱਚ ਆਪਣੀ ਐਮਬੈਸੀ ਜਾਂ ਹਾਈ ਕਮਿਸ਼ਨ ਬਣਾਉਣਾ ਚਾਹੁੰਦੇ ਹੋ ਇਸਲਾਮਾਬਾਦ ਵਿੱਚ ਇਹ ਜਿਹੜਾ ਤੁਹਾਡਾ ਕਲਿੱਪ ਹੈ ਇੱਕ ਤੇ ਸਾਡੇ ਫੋਰਨ ਮਿਨਿਸਟਰ ਕੋਲ ਵੀ ਮੈਂ ਪਹੁੰਚਾਸਾਂ ਔਰ ਪ੍ਰਾਈਮ ਮਿਨਿਸਟਰ ਤੱਕ ਵੀ ਮੈਂ ਜ਼ਰੂਰ ਪਹੁੰਚਾਸਾਂ ਤੇ ਦੂਸਰਾ ਮੇਰਾ ਤੁਹਾਡੇ ਨਾਲ ਵਾਅਦਾ ਇਹ ਰਿਹਾ ਕਿ ਜਿਸ ਦਿਨ ਉਹ ਹਾਈ ਕਮਿਸ਼ਨ ਔਰ ਐਮਬੈਸੀ ਬਣੇਗੀ ਮੇਰੇ ਕੋਲ ਜੋ ਕੁਝ ਹੋ ਸਕਿਆ ਉਹ ਮੈਂ ਤੁਹਾਡੇ ਲਈ ਕਰਾਂਗਾ ਔਰ ਮੈਂ ਉੱਥੇ ਮੌਜੂਦ ਹੋਸਾਂ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖਲੋਸਾਂ ਇਹ ਮੇਰਾ ਤੁਹਾਡੇ ਨਾਲ ਵਾਅਦਾ ਤੇ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਐਂਡ ਵਿੱਚ ਅਗਰ ਕੋਈ ਤੁਸੀਂ ਗੱਲ ਪਾਕਿਸਤਾਨੀਆਂ ਲਈ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਪਾਕਿਸਤਾਨ ਨੇ ਰੀਸੈਂਟ ਟਾਈਮਸ ਵਿੱਚ ਸਿੱਖੀਜ਼ਮ ਔਰ ਸਿੱਖਾਂ ਦੇ ਨਾਲ ਜਿਹੜਾ ਕਿ ਕਰਤਾਰਪੁਰ ਵੀ ਖੋਲਿਆ ਫਿਰ ਉਸ ਤੋਂ ਬਾਅਦ ਇਹ ਵੇ ਕਿ ਪਾਕਿਸਤਾਨ ਵਿੱਚ ਜਿਹੜੀ ਸਿੱਖ ਪਿਲਗ੍ਰਮ ਆਉਂਦੇ ਸੀ ਉਹਨਾਂ ਵਾਸਤੇ ਹੋਰ ਆਸਾਨੀਆਂ ਬਣਾਈਆਂ ਨੇ ਇਹਦੇ ਉੱਤੇ ਅਗਰ ਤੁਸੀਂ ਗਵਰਨਮੈਂਟ ਲਈ ਕੁਝ ਕਹਿਣਾ ਚਾਹੁੰਦੇ ਹੋ ਤੇ ਮੋਸਟ ਵੈਲਕਮ ਪਲੀਜ਼
Well, there's no doubt. I'm on record. ਅਸੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਨਰਲ ਬਾਜਵਾ ਹੋਰਾਂ ਨੂੰ ਕੈਨੇਡਾ ਦੇ ਵਿੱਚ 골ਡ ਮੈਡਲ ਦੇ ਨਾਲ ਸਨਮਾਨਿਤ ਕਰ ਚੁੱਕੇ ਹਾਂ। ਸੋ ਇਟਸ ਔਨ ਰੈਕਡ ਕਿ ਅਸੀਂ ਵੀ ਆਰ ਵੈਰੀ ਐਪਰੀਸ਼ੀਏਟਿਵ ਆਫ ਦ ਗਵਰਨਮੈਂਟ ਆਫ ਪਾਕਿਸਤਾਨ ਐਂਡ ਇਟਸ ਲੀਡਰਸ਼ਿਪ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ, ਬਾਬਾ ਨਾਨਕ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣਾਉਣ ਦੇ ਲਈ, ਤੇ ਬਾਕੀ ਜਿਹੜੇ ਪਿਲਗ੍ਰਿਮਸ ਆ ਸਾਡੇ ਧਾਰਮਿਕ ਸਥਾਨ ਹੈਗੇ ਆ ਉਹਨਾਂ ਦੀ ਜਿਸ ਕਦਰ ਇਸ ਵਕਤ ਦੇਖਭਾਲ ਸ਼ੁਰੂ ਹੋ ਰਹੀ ਹੈ ਅਤੇ ਬਹੁਤ ਵਧੀਆ ਮਾਹੌਲ ਸਿਰਜਿਆ ਜਾ ਰਿਹਾ। ਤੇ ਮੋਰ ਓਵਰ ਸਭ ਤੋਂ ਬੈਸਟ ਚੀਜ਼ ਜਿਹੜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਕੀਤੀ ਆ ਫॉर 9 days ਇਨ ਲਾਹੌਰ ਐਂਡ ਫੈਸਲਾਬਾਦ, ਇਸਲਾਮਾਬਾਦ, ਇਹਨਾਂ ਇਲਾਕਿਆਂ 'ਚ ਜਾ ਕੇ, ਕਿ ਇੱਕ ਰਿਕਸ਼ਾ ਚਾਲਕ ਤੋਂ ਲੈ ਕੇ, ਆਟੋ ਰਿਕਸ਼ਾ ਚਾਲਕ ਤੋਂ ਲੈ ਕੇ ਇੱਕ ਵੱਡੇ ਗਵਰਨਮੈਂਟ ਦੇ ਆਫਿਸਰ ਤੱਕ ਸਰਦਾਰਾਂ ਨੂੰ ਬਹੁਤ ਪਿਆਰ ਕਰਦੇ ਨੇ ਲੋਕੀ। ਸੋ ਇਹ ਜਿਹੜੀ ਚੀਜ਼ ਆ ਇਹ ਮੈਨੂੰ ਇਟ ਵਾਜ਼ ਮੂਵਿੰਗ ਕਿ ਇਹੋ ਜਿਹਾ ਪਿਆਰ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੇਖਿਆ ਨਹੀਂ ਹੈ। ਸ਼ਾਇਦ ਉਹ ਇਸ ਗੱਲ ਨੂੰ ਵੀ ਜਾਣਦੇ ਹਨ ਕਿ ਦਿਲ ਕੋ ਜਲਾ ਕੇ ਹਮਨੇ ਜ਼ਮਾਨੇ ਕੋ ਦੀ ਰੋਸ਼ਨੀ, दिल को जला के हमने ज़माने को दी रोशनी, जुगनू पकड़ के हमने उजाला नहीं किया। सो इस करके जो इतिहास है, जो सिखां दे सरदारां दे इतिहास नूं जाणदा है, वो ये समझदा है कि इतिहास आ जिहड़ा ये जिहड़ी कौम है, ये कोई ऐरा गैरा कौम नहीं है, ये बादशाहां वाली कौम है। बड़ा प्यार सीगा मुसलमानां ते सिखां दे विच। उस दे विच जिहड़ी कांजी आ, वो इस ब्राह्मण ने घोड़ी 1947 दे विच नफरत दा बी आ जिहड़ा इन्हां ने बोया, वो जिहड़ा नफरत दा बी आ वो पुंगर के हुण खत्म हो रहा है ते साडीਆਂ ਜਿਹੜੀਆਂ ਗਲਵੱਕੜੀਆਂ ਦੁਬਾਰਾ ਪੈ ਰਹੀਆਂ ਨੇ। ਇਸੇ ਕਰਕੇ ਹੀ ਇਹਨਾਂ ਨੂੰ ਜਿਹੜੀ ਬਰਦਾਸ਼ਤ ਨਹੀਂ ਹੋ ਰਿਹਾ। ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਉਹ because of COVID-19 it was closed. Now the government of Pakistan has opened it, but India is not opening it because they don't want it, they don't like it, they don't want this ਬਈ ਸਿੱਖ ਜਾ ਕੇ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਜਾ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਅਤੇ ਮੁਸਲਮਾਨਾਂ ਦੇ ਨਾਲ ਇਹਨਾਂ ਦਾ ਭਾਈਚਾਰਾ ਵਧੇ। That's one thing they hate, and let me tell the government of India that it's not going to happen. ਤੁਸੀਂ ਹੁਣ ਤੱਕ ਆਪਣੀ ਗੇਮ ਖੇਡ ਕੇ ਜ਼ਰੂਰ ਸਾਡੇ ਮਨਾਂ ਦੇ ਅੰਦਰ, ਮੁਸਲਮਾਨਾਂ ਦੇ ਲਈ, ਮੁਸਲਮਾਨਾਂ ਦੇ ਮਨਾਂ ਦੇ ਅੰਦਰ ਸਿੱਖਾਂ ਦੇ ਲਈ ਬਹੁਤ ਸਾਰੀ ਨਫ਼ਰਤ ਆ ਜਿਹੜੀ, ਬਹੁਤ ਸਾਰੀ ਜ਼ਹਿਰ ਆ ਜਿਹੜੀ ਉਹ ਭਰੀ ਸੀ। ਪਰ it's over now. That subject is over. ਹੁਣ ਉਹ ਗੱਲ ਖਤਮ ਹੋ ਗਈ ਆ। ਅਸੀਂ we have turned the page. ਅਸੀਂ ਸਾਡੀਆਂ ਗਲਵੱਕੜੀਆਂ ਵਾਪਸ ਪੈ ਰਹੀਆਂ ਨੇ। ਭਾਈਆਂ ਨੂੰ ਪਿਆਰ ਵਾਪਸ ਉਜਾਗਰ ਹੋ ਰਿਹਾ ਹੈ। ਸੋ ਇਸ ਕਰਕੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਇਸ ਨਿਜ਼ਾਮ ਤੋਂ ਰਾਹਤ ਪਾ ਕੇ ਤੇ ਆਪਣੇ, ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਫਰੈਂਕਲਿਨ ਬੈਂਜਾਮਿਨ ਦਾ ਇੱਕ ਸ਼ੇਰ ਸੀਗਾ ਕਿ either you hang together or you will be hanged separately, ਕਿ ਜਾਂ ਤਾਂ ਤੁਸੀਂ ਇਕੱਠੇ ਹੋ ਜਾਓ, ਨਹੀਂ ਤਾਂ ਫਿਰ ਇਕੱਲਿਆਂ ਨੂੰ ਇਹ ਤਬਾਹ ਕਰ ਦੇਣਗੇ। ਸੋ ਇਸ ਕਰਕੇ ਉਹ ਸਾਨੂੰ ਪਤਾ ਲੱਗ ਗਿਆ, ਅਸੀਂ ਇਕੱਠੇ ਹੋ ਕੇ ਇਸ ਭਾਰਤ ਦੀ ਜਿਹੜੀ ਖੋਖਲੀ ਡੈਮੋਕ੍ਰੇਸੀ ਆ ਇਸ ਦੇ ਪਰਦੇਫਾਸ਼ ਕਰਾਂਗੇ ਅਤੇ ਇਹਨਾਂ ਨੂੰ ਸੀਮਤ ਕਰ ਦਿਆਂਗੇ ਇਹਨਾਂ ਦੇ ਆਪਣੇ ਹਿੰਦੂ ਤਵੀ ਰਾਜ ਤੱਕ। ਤੇ ਅਸੀਂ ਬਾਕੀ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਆਜ਼ਾਦੀ ਮਿਲੇਗੀ। ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਅਤੇ ਗਵਰਨਮੈਂਟ ਆਫ ਪਾਕਿਸਤਾਨ ਦੀ ਉਹ ਸਾਰੇ ਪੋਲੀਟੀਸ਼ੀਅਨਸ ਜਿਹੜੇ ਅਕਸਰ ਸਿੱਖਾਂ ਦੇ ਪ੍ਰਤੀ ਬੜੇ ਪਿਆਰ ਸਤਿਕਾਰ ਦੇ ਨਾਲ, ਮੈਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਇਨਾਗਰੇਸ਼ਨ ਦੇ ਉੱਥੇ ਸੀਗਾ, ਜਿਸ ਕਦਰ ਇਮਰਾਨ ਖਾਨ ਹੋਰਾਂ ਨੇ ਉੱਥੇ ਆਪਣੇ ਭਾਸ਼ਣ ਦੇ ਵਿੱਚ ਪਿਆਰ ਜਤਾਇਆ। ਇਟਸ ਅਨਬਲੀਵੇਬਲ ਕਿ ਜੋ ਸਾਨੂੰ ਦੱਸਿਆ ਗਿਆ ਸੀਗਾ ਮੁਸਲਮਾਨਾਂ ਦੇ ਬਾਰੇ, ਜੋ ਇਸ ਤਰ੍ਹਾਂ ਡਰਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਲਾਅ ਐਂਡ ਆਰਡਰ ਆ ਜਿਹੜਾ ਉਹਦੀ ਹਾਲਤ ਬੁਰੀ ਆ, ਉਹ ਬਿਲਕੁਲ ਅਸੀਂ ਨਹੀਂ ਵੇਖਿਆ। ਸਾਨੂੰ ਲੋਕਾਂ ਨੇ ਹੱਥਾਂ ਤੇ ਚੱਕਿਆ। ਇਟ ਵਾਜ਼ ਅਮੇਜ਼ਿੰਗ ਟ੍ਰਿਪ ਫॉर ਮੀ, ਇਟ ਵਾਜ਼ ਅਮੇਜ਼ਿੰਗ ਐਕਸਪੀਰੀਅੰਸ ਫॉर ਮੀ, ਐਂਡ ਆਈ ਲਾਈਕ ਟੂ ਥੈਂਕ ਐਵਰੀਬਾਡੀ ਫॉर दैट। ਮੈਂ ਇੱਕ ਇੱਥੇ ਚੀਜ਼ ਹੈ ਜਿਹੜੀ ਉਹ ਮੈਂ ਇੱਕ ਹੋਰ ਐਡ ਕਰਨਾ ਚਾਹੁੰਦਾ। ਤੁਹਾਨੂੰ ਯਾਦ ਹੋਏਗਾ ਕਿ ਪਾਕਿਸਤਾਨ ਦੇ 에ਅਰ ਚੀਫ ਸਨ 에ਅਰ ਮਾਰਸ਼ਲ ਨੂਰ ਖਾਨ, ਉਹ ਜਿਹੜੇ ਨੇ ਉਹ ਵੀ ਮੀਆਂਵਾਲੀ ਤੋਂ ਨੇ, ਔਰ ਇਮਰਾਨ ਖਾਨ ਦਾ ਵੀ ਇਲਾਕਾ ਮੀਆਂਵਾਲੀ ਹੈ। ਜਿਸਲੇ ਸਨ 65 ਦੀ ਜੰਗ ਹੋ ਰਹੀ ਸੀ ਤੇ ਉਹਨਾਂ ਨੂੰ 에ਅਰ ਮਾਰਸ਼ਲ ਨੂਰ ਖਾਨ ਨੂੰ ਇਹ ਪਤਾ ਲੱਗਾ ਕਿ ਇੰਡੀਆ ਨੇ ਜਾਣ ਕੇ ਕੀ ਕੰਮ ਕੀਤਾ ਕਿ ਉੱਥੇ ਇੱਕ ਬਹੁਤ ਹੀ ਅਹਿਮ ਜਗ੍ਹਾ ਸੀ ਸਿੱਖਾਂ ਲਈ, ਇੱਕ ਬਹੁਤ ਵਧੀਆ ਔਰ ਬਹੁਤ ਅਹਿਮ ਉਹਨਾਂ ਦੀ ਜਗ੍ਹਾ ਸੀ, ਉਹਦੇ ਬਿਲਕੁਲ ਨਾਲ ਕਰਕੇ ਇੱਕ ਰਡਾਰ ਫਿੱਟ ਕਰਤਾ। ਤੇ ਜਿਸ ਵੇਲੇ ਸਾਡੇ ਜਿਹੜੇ ਜਹਾਜ਼ ਸਨ, ਜੈਟ ਸਨ, ਉਹਨਾਂ ਨੂੰ ਜਿਸਲੇ ਹੁਕਮ ਮਿਲਿਆ ਕਿ ਤੁਸਾਂ ਨੇ ਉਹ ਤਬਾਹ ਕਰਨਾ, ਤੇ
ਫੌਰਨ ਜਿਹੜੇ ਨੂਰ ਖਾਨ ਜੀ ਸਨ ਉਹਨਾਂ ਨੂੰ ਪਤਾ ਲੱਗਾ ਜਿਸਲੇ ਕਿ ਉਹਨਾਂ ਨੇ ਜਾਣ ਕੇ ਉੱਥੇ ਫਿੱਟ ਕੀਤਾ ਤੇ ਉਹਨਾਂ ਨੇ ਮਨਾ ਕਰਤਾ ਔਰ ਨਾਲ ਇਹ ਕਿਹਾ ਵੀ ਜਿਹਨੇ ਵੀ ਉੱਥੇ ਮਿਜ਼ਾਈਲ ਮਾਰਿਆ ਨਾ ਉਹ ਜਿਸਲੇ ਵਾਪਸ ਆਏਗਾ ਨਾ ਤੇ ਉਹਨੂੰ ਰਨਵੇ ਤੇ ਹੀ ਮੈਂ ਆਪ ਸ਼ੂਟ ਕਰਸਾਂ ਕਿਉਂਕਿ ਇੰਡੀਆ ਦੇ ਚਾਹੁੰਦਾ ਹੀ ਇਹ ਵੀ ਪਾਕਿਸਤਾਨ ਦੇ ਜਿਹੜੇ ਪੰਜਾਬ ਵਾਲੀ ਸਾਈਡ ਦੇ ਲੋਕ ਨੇ ਉਹ ਤੇ ਉਧਰ ਸੀਮਾ ਦੇ ਉਸ ਪਾਰ ਜਿਹੜੇ ਪੰਜਾਬੀ ਨੇ ਇਹ ਆਪਸ ਵਿੱਚ ਲੜਨ ਤੇ ਮੈਂ ਇਹ ਲੜਾਈ ਮੇਰੇ ਹੁੰਦਿਆਂ ਹੋਇਆਂ ਨਹੀਂ ਹੋਣ ਲੱਗੀ ਤੇ ਇਹ ਉਹਨਾਂ ਦੀ ਬਹੁਤ ਵਧੀਆ ਉਸ ਵਕਤ ਸਨ 65 ਦੀ ਜੰਗ ਵਿੱਚ ਉਹਨਾਂ ਨੇ ਕੀਤਾ ਸੀ ਔਰ ਬਾਅਦ ਚ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਵਿੱਚ ਬੜਾ ਸਰਾਹਿਆ ਵੀ ਗਿਆ ਤੇ ਮੈਂ ਸਿਰਫ ਦੱਸਣਾ ਇਹ ਚਾਹੁੰਦਾ ਸਾਂ ਵੀ ਇਮਰਾਨ ਖਾਨ ਵੀ ਮੀਆਂ ਵਾਲੀ ਤੋਂ ਨੇ ਤੇ ਉਹ ਵੀ ਮੀਆਂ ਵਾਲੀ ਤੋਂ ਸਨ ਹਾਂਜੀ ਬਹੁਤ ਬਹੁਤ ਧੰਨਵਾਦ ਆਫ ਕੋਰਸ ਜਿਸ ਬੰਬ ਦਾ ਤੁਸੀਂ ਕਰਤਾਰਪੁਰ ਸਾਹਿਬ ਦੇ ਵਿੱਚ ਵੀ ਜ਼ਿਕਰ ਕੀਤਾ ਉਹ ਵੀ ਉਹਨਾਂ ਨੇ ਇਸੇ ਨੀਤ ਦੇ ਨਾਲ ਹੀ ਸੁੱਟਿਆ ਸੀ ਕਿ ਅਸੀਂ ਉੱਥੇ ਬੰਬ ਮਾਰ ਕੇ ਕਹਿ ਦਿਆਂ ਕਿ ਪਾਕਿਸਤਾਨ ਵਾਲਿਆਂ ਨੇ ਆਪ ਹੀ ਜਿਹੜਾ ਦਰਬਾਰ ਸਾਹਿਬ ਆ ਕਰਤਾਰਪੁਰ ਸਾਹਿਬ ਦਾ ਉਹਨੂੰ ਤਬਾਹ ਕਰ ਦਿੱਤਾ ਸਿੱਖਾਂ ਦੇ ਮਨਾਂ ਦੇ ਵਿੱਚ ਹੋਰ ਜ਼ਹਿਰ ਜਿਹੜੀ ਆ ਉਹ ਭਰੇਗੀ ਹੋਰ ਗੁੱਸਾ ਵਧੇਗਾ ਸੋ ਇਸ ਕਰਕੇ ਇਹਨਾਂ ਦੀ ਜਿਹੜੀ ਕਰਪਟ ਸੋਚ ਹੈ ਉਹ ਉਜਾਗਰ ਹੋ ਰਹੀ ਹੈ ਮੈਂ ਸਮਝਦਾ ਕਿ ਸਮੁੱਚਾ ਸਿੱਖ ਜਗਤ ਸਮਝ ਚੁੱਕਿਆ ਹੈ ਇਹਨਾਂ ਦੀਆਂ ਇਹਨਾਂ ਲੂੰਬੜ ਚਾਲਾਂ ਨੂੰ ਸੋ ਇਟਸ ਨਾਟ ਗੋਇੰਗ ਟੂ ਵਰਕ ਐਨੀਮੋਰ ਇਨ ਦ ਫਿਊਚਰ ਸੁਖਮਿੰਦਰ ਸਿੰਘ ਹੰਸਰਾ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਲਾ ਤੁਹਾਨੂੰ ਖੁਸ਼ ਰੱਖੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਇਨਸ਼ਾਅੱਲਾ ਆਉਣ ਵਾਲੇ ਵਕਤਾਂ ਵਿੱਚ ਕੋਈ ਵੀ ਕੋਈ ਨਵੀਂ ਚੀਜ਼ ਆਈ ਤੇ ਤੁਹਾਡੇ ਨਾਲ ਫੇਰ ਇੱਕ ਵਾਰ ਤੁਹਾਨੂੰ ਤਕਲੀਫ ਦਿਆਂਗੇ ਔਰ ਤੁਹਾਡਾ ਇੰਟਰਵਿਊ ਇੱਕ ਵਾਰ ਫੇਰ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਰਾਜਾ ਫੈਸਲ ਸਾਹਿਬ ਤੁਸੀਂ ਸਾਨੂੰ ਯਾਦ ਕੀਤਾ ਟੋਰਾਂਟੋ ਬੈਠਿਆਂ ਨੂੰ ਇਟਸ ਅਮੇਜ਼ਿੰਗ ਫੀਲਿੰਗ that I'm talking to a brother I'm talking to my homies you know it's great to talk about my future my nation's future this way and I hope the people of Pakistan will like my views on Khalistan and everything else thank you very much Waheguru Ji Ka Khalsa Waheguru Ji Ki Fateh